ਇੱਕ ਹੀ ਘਰ ਵਿੱਚ ਉਹ ਰਹਿ ਰਹੇ ਹੁੰਦੇ ਨੇ, 2 ਮੁੰਡੇ ਹੁੰਦੇ ਨੇ। ਤਾਂ ਇੱਕ ਮੁੰਡੇ ਨਾਲ ਉਹਨਾਂ ਦੇ ਗਲਤ ਰਿਲੇਸ਼ਨ। ਤਾਂ ਸੁਬਾਹ ਜਦੋਂ ਮੈਂ ਕੰਮ ਤੋਂ ਆ ਕੇ ਫੋਨ ਚੁੱਕਦਾ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਸੁਣਦਾ। ਰਿਕਾਰਡਿੰਗ ਦੇ ਵਿੱਚ ਤਾਂ ਉਹ ਅਸ਼ਲੀਲ ਤੌਰ 'ਤੇ ਗੱਲਾਂ ਕਰ ਰਹੇ ਹੁੰਦੇ। ਰਿਕਾਰਡਿੰਗ ਸੁਣਾਉਣਾ ਤੋਂ ਮੰਨ ਜਾਂਦੇ ਆ ਤਾਂ ਰੋਣ ਲੱਗ ਜਾਂਦੇ ਆ। ਮੈਨੂੰ ਤਾਂ 1.5 ਸਾਲ ਹੋ ਗਿਆ ਇਸ ਮੁੰਡੇ ਦੇ ਨਾਲ ਰਿਲੇਸ਼ਨ ਬਣਾਏ। ਤਾਂ ਮੇਰੀ ਵਾਈਫ ਬਾਥਰੂਮ ਕਰਨ ਚਲੀ ਜਾਂਦੀ ਹੈ ਤਾਂ ਉਹ ਮੁੰਡਾ ਮੈਨੂੰ ਦੇਖ ਕੇ ਫਿਰ ਹੱਸ ਪੈਂਦਾ। ਤਾਂ ਮੈਨੂੰ ਗੁੱਸਾ ਆਉਂਦਾ ਜਦੋਂ ਮੈਂ ਮਤਲਬ ਅਸੀਂ ਹੱਥੋਂ ਪਾਈ ਹੋ ਜਾਂਦੇ ਹਾਂ। ਤਾਂ ਉੱਥੇ ਇੱਕ ਚਾਕੂ ਪਿਆ ਹੁੰਦਾ ਅਤੇ ਜਿੱਦਾਂ ਜੀਣੀ ਮਿਣੀ ਸਾਜ਼ਿਸ਼ ਸੀ, ਇੰਡੀਆ ਤੋਂ ਮੈਨੂੰ ਬੁਲਾ ਵੀ ਲੈਂਦੇ ਨੇ ਅਤੇ ਉੱਥੇ ਜਾ ਕੇ ਮੈਨੂੰ ਰਿਪੋਰਟ ਵੀ ਕਰਵਾ ਦਿੰਦੇ। ਤਾਂ ਇੱਧਰ ਜਦੋਂ ਮੈਨੂੰ ਰਿਪੋਰਟ ਕਰ ਦਿੰਦੇ ਨੇ, ਆਪਣੇ ਸਹੁਰਾ ਪਰਿਵਾਰ ਨਾਲ ਬਹੁਤ ਗੱਲਬਾਤ ਕਰਦਾ, ਮਿਹਨਤਾਂ ਵੀ ਕਰਦੇ ਨੇ ਮੇਰੇ ਪੇਰੈਂਟਸ ਜਾ ਕੇ ਉਹਨਾਂ ਨੂੰ ਮਤਲਬ ਮੰਨਦੇ ਨੇ। ਉਹਨਾਂ ਨੂੰ ਵੀ ਲੱਗਿਆ ਵੀ ਬਹੁਤ ਜ਼ਿਆਦਾ ਮਤਲਬ ਵੀ ਧੱਕਾ ਹੋਇਆ ਮੁੰਡੇ ਨਾਲ। ਤਾਂ ਮੈਨੂੰ ਲੱਗਦਾ ਵੀ ਇਹ ਜਿਵੇਂ ਮੇਰੇ ਸਾਹਮਣੇ ਉਹ ਹੱਸੇ, ਉਹਨਾਂ ਨੇ ਕੋਈ ਮੈਥੋਂ ਮਾਫੀ ਸੌਰੀ ਨਹੀਂ ਮੰਗੀ ਵੀ ਇੱਦਾਂ ਅਸੀਂ ਗਲਤ ਰਿਲੇਸ਼ਨ ਨੇ। ਮਤਲਬ ਵੀ ਉਹ ਮੁੰਡਾ ਤਾਂ ਹੱਸ ਕੇ ਗੱਲਾਂ ਕਰ ਰਿਹਾ ਸੀਗਾ ਵੀ ਸਾਡੇ ਅਸੀਂ ਤਾਂ 1.5 ਸਾਲ ਤੋਂ ਇਕੱਠੇ ਰਹਿ ਰਹੇ ਭਾਅ ਜੀ, ਤੁਹਾਨੂੰ ਪਾਗਲ ਬਣਾ ਰਹੇ ਸੀਗੇ ਇੱਦਾਂ। ਸਾਹਮਣੇ ਰੱਖੜੀ ਦਾ ਤਿਉਹਾਰ ਵੀ ਉੱਥੇ ਮੈਂ ਜਦੋਂ ਰਹਿੰਦਾ ਸੀ ਆਇਆ ਸੀਗਾ। ਤਾਂ ਰੱਖੜੀ ਦੇ ਤਿਉਹਾਰ 'ਤੇ ਮੇਰੀ ਵਾਈਫ ਦੀ ਰੱਖੜੀ ਵੀ ਬੰਨੀ ਉਹਨੇ, ਮੇਰੀ ਵਾਈਫ ਨੇ ਉਸ 'ਤੇ। ਤਾਂ ਮੈਨੂੰ ਇਹ ਪ੍ਰੂਵ ਕਰਦੇ ਸੀ ਵੀ ਅਸੀਂ ਭੈਣ ਭਰਾ। ਬਟ ਉਸ ਟਾਈਮ 'ਤੇ ਜਦੋਂ ਲੜਾਈ ਹੁੰਦੀ ਹੈ ਤਾਂ ਉਹ ਹੱਸਣ ਲੱਗ ਗਏ। ਤਾਂ ਗੁੱਸੇ ਵਿੱਚ ਆ ਕੇ ਮੈਥੋਂ ਉਹਦੇ ਸਤਿ ਸ੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਈਲੈਟਸ ਅਤੇ ਹੋਰ ਐਨਆਰਆਈਆਂ ਵੱਲੋਂ ਕੀਤੇ ਜਾ ਰਹੇ ਫਰਾਡ ਦੀ ਕਾਫੀ ਜ਼ਿਆਦਾ ਕੇਸ ਪੰਜਾਬ ਦੇ ਵਿੱਚ ਇਸ ਵੇਲੇ ਸਾਹਮਣੇ ਆ ਰਹੇ ਨੇ। ਬੇਅੰਤ ਕੌਰ ਬਾਜਵਾ ਤੇ ਲਵਪ੍ਰੀਤ ਸਿੰਘ ਲਾਡੀ ਦੇ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਕਾਫੀ ਜ਼ਿਆਦਾ ਇਜ਼ਾਫਾ ਹੋ ਰਿਹਾ ਹੈ। ਤੇ ਅੱਜ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜੋ ਇੰਟਰਵਿਊ ਤੁਸੀਂ ਦੇਖੋਗੇ, ਉਸ ਦੇ ਵਿੱਚ ਦੋਸਤੋ ਹੈਰਾਨੀਜਨਕ ਖੁਲਾਸੇ ਹੋਏ ਨੇ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਉਸਦੀ ਪਤਨੀ ਵੱਲੋਂ ਬਾਹਰ ਵੀ ਬੁਲਾ ਲਿਆ ਜਾਂਦਾ, ਫਿਰ ਕਿਸ ਤਰ੍ਹਾਂ ਉਸਦੇ ਨਾਲ ਧੋਖਾ ਕਰਕੇ ਉਸ ਨੂੰ ਵਾਪਸ ਡਿਪੋਰਟ ਕੀਤਾ ਜਾਂਦਾ ਹੈ। ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ। ਬਾਕੀ ਆਪਣੇ ਕੀਮਤੀ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ ਕਿ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਤੁਸੀਂ ਕੀ ਸੋਚਦੇ ਹੋ, ਕਿਸ ਨੂੰ ਕਸੂਰਵਾਰ ਸਮਝਦੇ ਹੋ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਆਈਲੈਟਸ ਦੇ ਕਹਿ ਸਕਦੇ ਆ ਜਾਂ ਐਨਆਰਆਈ ਲਾੜੀਆਂ ਵੱਲੋਂ ਜੋ ਧੋਖੇਬਾਜ਼ੀ ਦੇ ਮਾਮਲੇ ਸਾਹਮਣੇ ਆਏ ਨੇ, ਉਸ ਤੋਂ ਬਾਅਦ ਇਹਨਾਂ ਜੋ ਮਾਮਲਿਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਦੋਸਤੋ ਹੁਣ ਤੱਕ ਕੁਝ ਕੁੜੀਆਂ ਵੱਲੋਂ ਆਈਲੈਟਸ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਪੈਸੇ ਲਵਾ ਕੇ ਬਾਹਰ ਜਾ ਕੇ ਮੁੱਕਰ ਜਾਣ ਦੀਆਂ ਖਬਰਾਂ ਤੁਸੀਂ ਆਮ ਤੌਰ 'ਤੇ ਸੁਣਦੇ ਰਹੇ ਹੋ। ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜੋ ਮਾਮਲਾ ਸਾਹਮਣੇ ਆਇਆ ਸੀ ਲਵਪ੍ਰੀਤ ਸਿੰਘ ਲਾਡੀ ਦਾ, ਜਿਸ ਦਾ ਕਿ ਸੁਸਾਈਡ ਜਿਨ੍ਹਾਂ ਨੇ ਕਰ ਲਿਆ ਸੀ ਇਸੇ ਕਾਰਨ ਕਰਕੇ। ਪਰ ਦੋਸਤੋ ਉੱਥੇ ਹੀ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕੁੜੀ ਵੱਲੋਂ ਆਸਟ੍ਰੇਲੀਆ ਜਾਣ ਤੋਂ ਬਾਅਦ ਆਪਣੇ ਪਤੀ ਨੂੰ ਬੁਲਾ ਲਿਆ ਜਾਂਦਾ ਹੈ, ਪਰ ਉੱਥੇ ਜਾ ਕੇ ਉਸ ਮੁੰਡੇ ਦੇ ਨਾਲ ਕਿਸ ਤਰ੍ਹਾਂ ਧੋਖਾ ਹੁੰਦਾ ਹੈ ਆਰਥਿਕ ਤੌਰ 'ਤੇ ਅਤੇ ਉਸ ਦੀ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਹੋਇਆ, ਉਹ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਹਮਣੇ ਵੱਡੇ ਖੁਲਾਸੇ ਹੋਣਗੇ। ਸੋ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਾਲੇ ਵਕੀਲ ਜੀ ਦੇ ਨਾਂ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਅਸ਼ੋਕ ਅਰੋੜਾ ਜੀ ਦਾ, ਜੋ ਕਿ ਲਾ ਸਲਾਹਕਾਰ ਨੇ। ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਨਾਲ ਹੀ ਸਾਡੇ ਉਹ ਨੌਜਵਾਨ ਵੀ ਮੌਜੂਦ ਹੈ ਜਿਨ੍ਹਾਂ ਜੋ ਕਿ ਇੱਕ ਕਹਿ ਸਕਦੇ ਹਾਂ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ। ਤੇ ਜਾਣਦੇ ਆ ਕਿ ਕੀ ਕਹਾਣੀ ਹੈ, ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਵੀ ਪਹਿਲਾਂ ਕੁੜੀ ਵੱਲੋਂ ਆਸਟ੍ਰੇਲੀਆ ਬੁਲਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਵਿੱਚ ਫਸਾ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੀ ਆਰਥਿਕਤਾ ਦੇ ਨਾਲ ਖਿਲਵਾੜ ਕੀਤਾ ਗਿਆ। ਸੋ ਸਵਾਗਤ ਕਰਦੇ ਹਾਂ ਜਸਵਿੰਦਰ ਸਿੰਘ ਮਾਨ ਜੀ ਦਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਦੱਸੋ ਜੀ ਕੀ ਹੋਇਆ ਸੀ, ਕਿਸ ਤਰ੍ਹਾਂ ਤੁਹਾਡਾ ਵਿਆਹ ਹੋਇਆ, ਸ਼ੁਰੂਆਤ ਕਿਵੇਂ ਹੋਈ ਉਹ ਕੁੜੀ ਦੇ ਨਾਲ, ਕਿੱਦਾਂ ਤੁਹਾਡਾ ਮਤਲਬ ਕਹਿ ਸਕਦੇ ਹਾਂ ਮੇਲ ਹੋਇਆ। ਹਾਂਜੀ, ਮੇਰੀ ਮੈਰਿਜ ਇੱਕ ਪੇਪਰ ਮੈਰਿਜ ਸੀ, ਮੈਂ ਨਿਊਜ਼ ਦਿੱਤੀ ਸੀ ਪੇਪਰ ਦੇ ਵਿੱਚ। ਅੱਛਾ ਜੀ। ਤਾਂ ਕਾਫੀ ਫੋਨ ਆਏ। ਉਸ ਤੋਂ ਬਾਅਦ ਮੈਨੂੰ ਜਿੱਥੇ ਮੇਰਾ ਕੁੜੀ ਨਾਲ ਵਿਆਹ ਹੁੰਦਾ, ਕੁਲਵਿੰਦਰ ਕੌਰ ਭੁੱਲਰ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਲ ਰਹਿਣ ਵਾਲੇ ਸੀਗੇ, ਉਹਨਾਂ ਦਾ ਫੋਨ ਆਇਆ। ਤਾਂ ਉਹਨਾਂ ਨੇ ਐਡਵਾਂਸ ਥਿੰਕਰ ਨਾਮ ਦੀ ਇੱਕ ਕੰਪਨੀ ਜਿੱਥੋਂ ਆਈਲੈਟਸ ਕੀਤੀ ਸੀ, ਜਿੱਥੋਂ ਸਾਡਾ ਵੀਜ਼ਾ ਲੱਗਦਾ। ਅੱਛਾ ਜੀ। ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਕੇ ਮੇਰੇ ਨਾਲ ਮਤਲਬ ਮੈਰਿਜ ਹੋਈ। ਸਭ ਕੁਝ ਜਦੋਂ ਸਾਨੂੰ ਪਸੰਦ ਆਇਆ ਉਹਨਾਂ ਨੂੰ ਸਾਡਾ ਵੀ। ਤਾਂ ਉਸ ਤੋਂ ਬਾਅਦ ਮੈਨੂੰ ਉਹ ਲੈ ਗਏ। 3 ਜੁਲਾਈ 2013 ਨੂੰ ਸਾਡੀ ਮੈਰਿਜ ਹੁੰਦੀ ਆ। ਤਾਂ ਅਨਮੈਰਿਡ ਕਰਕੇ ਉਹਨਾਂ ਦੀ ਫਾਈਲ ਲਗਾ ਦਿੱਤੀ ਜਾਂਦੀ ਹੈ, ਬਲਕਿ ਮੇਰੀ ਮੈਰਿਜ ਉਦੋਂ ਹੋ ਚੁੱਕੀ ਸੀਗੀ। ਅੱਛਾ, ਮਤਲਬ ਤੁਹਾਡੀ ਮੈਰਿਜ ਪਹਿਲਾਂ ਹੋ ਗਈ, ਪਰ ਜਿਹੜੀ ਫਾਈਲ ਲਗਾਈ ਗਈ ਹੈ ਉਹਦੇ ਵਿੱਚ ਕੁੜੀ ਵੱਲੋਂ ਆਪਣੇ ਆਪ ਨੂੰ ਕੁਆਰੀ ਅਨਮੈਰਿਡ ਦੱਸਿਆ ਹਾਂਜੀ, ਗਿਆ। ਅਨਮੈਰਿਡ ਲਿਖਾ ਦਿੱਤਾ ਸੀਗਾ। ਪਰ ਮੈਂ ਖੇਤੀਬਾੜੀ ਕਰਦਾ ਸੀ ਉਸ ਟਾਈਮ, ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀ ਇੱਦਾਂ ਵੀ ਫੋਰਨ ਇੱਦਾਂ ਫਾਈਲ ਲੱਗਦੀ ਹੁੰਦੀ ਆ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਉਹ ਵਾਪਸ ਆਉਂਦੀ ਹੈ ਤਾਂ ਅਸੀਂ ਮੈਰਿਜ ਰਜਿਸਟਰ ਕਰਵਾਉਣੇ ਆ। ਤਾਂ ਕਿੰਨੇ ਸਮੇਂ ਬਾਅਦ ਵਾਪਸ ਆਉਂਦੀ ਹੈ ਜੀ ਫਿਰ? ਉਹ 5.5 ਮਹੀਨਿਆਂ ਬਾਅਦ ਵਾਪਸ ਆ ਜਾਂਦੀ ਹੈ ਜੀ। ਠੀਕ ਹੈ ਜੀ। ਤਾਂ 26
ਜੂਨ 2014 ਨੂੰ ਮੈਰਿਜ ਰਜਿਸਟਰ ਕਰਵਾ ਕੇ 1 ਮਹੀਨਾ ਮੇਰੇ ਕੋਲ ਫਿਰ ਰਹਿੰਦੀ ਹੈ ਤਾਂ ਫਿਰ ਚਲੀ ਜਾਂਦੇ ਨੇ। ਤਾਂ ਉਸ ਤੋਂ ਬਾਅਦ 2 ਸਾਲ ਬਾਅਦ ਮੇਰਾ ਵੀਜ਼ਾ ਆਉਂਦਾ, ਤਾਂ ਜਦੋਂ ਮੈਂ ਉਹਨਾਂ ਦੇ ਕੋਲ ਜਾਂਦਾ ਤਾਂ ਇੱਕ ਹੀ ਘਰ ਵਿੱਚ ਉਹ ਰਹਿ ਰਹੇ ਹੁੰਦੇ ਨੇ, 2 ਮੁੰਡੇ ਹੁੰਦੇ ਨੇ। ਤਾਂ ਇੱਕ ਮੁੰਡੇ ਨਾਲ ਉਹਨਾਂ ਦੇ ਗਲਤ ਰਿਲੇਸ਼ਨ ਹੁੰਦੇ ਨੇ, ਅਮਨ ਮਾਫ ਹੁਸੈਨ ਨਾਲ। ਕਰਨਾ, ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਤਾਂ ਕਿ ਆਡੀਅנס ਨੂੰ ਕਲੀਅਰ ਹੋਈ ਜਾਵੇ ਵੀ ਜਿੱਥੇ ਤੁਹਾਡੀ ਵਾਈਫ ਰਹਿ ਰਹੀ ਸੀ ਉਸੇ ਮਕਾਨ ਦੀ ਬੇਸਮੈਂਟ ਦੇ ਵਿੱਚ ਕੋਈ ਹੋਰ ਮੁੰਡੇ ਪੰਜਾਬੀ ਸੀ, ਕਿਰਾਏ ਤੇ ਰਹਿ ਰਹੇ ਸੀ? ਹਾਂਜੀ ਹਾਂਜੀ, ਕਿਰਾਏ ਤੇ ਜੀ, ਠੀਕ ਹੈ। ਸਟੂਡੈਂਟ ਸੀਗੇ ਬਟ ਪੰਜਾਬੀ ਸੀਗੇ। ਇੱਕ ਮੁੰਡਾ ਪਟਿਆਲੇ ਏਰੀਏ ਦਾ ਸੀ, ਗੁਰਜੀਤ ਸਿੰਘ। ਇੱਕ ਅਮਨ ਹੁਸੈਨ ਨਾਂ ਦਾ ਮੁੰਡਾ ਸੀਗਾ ਜੀ, ਗੁਰੂ ਹਰਸਾਏ ਪਿੰਡ ਤੋਂ ਜੀ, ਫਿਰੋਜ਼ਪੁਰ ਦੇ ਲਾਗੇ। ਠੀਕ ਹੈ। ਤਾਂ ਜਿਨ੍ਹਾਂ ਦੇ ਨਾਲ ਮੇਰੀ ਵਾਈਫ ਦੇ ਗਲਤ ਰਿਲੇਸ਼ਨ ਸੀ ਕੁਲਵਿੰਦਰ ਕੌਰ ਭੁੱਲਰ ਦੇ। ਅੱਛਾ ਜੀ। ਤਾਂ ਮੈਨੂੰ ਜਿਵੇਂ ਜਿਵੇਂ ਉੱਥੇ ਰਹਿਣ ਦੇ ਨਾਲ ਪਤਾ ਲੱਗਦਾ ਹੈ ਤਾਂ ਮੈਂ ਉਹਨਾਂ ਦਾ ਵਿਰੋਧ ਕਰਦਾ, ਉਹਨਾਂ ਨੂੰ ਕਾਫੀ ਸਮਝਾਉਣਾ ਵੀ ਹੈ ਪਹਿਲਾਂ ਵੀ ਇੱਦਾਂ ਗਲਤ ਹੁੰਦਾ ਇਹ। ਤਾਂ ਇਹਦੇ ਵਿੱਚ ਇੱਜ਼ਤ ਖਰਾਬ ਹੁੰਦੀ ਆ ਵੀ ਮੈਂ ਇੰਨਾ ਪੈਸਾ ਤੇਰੇ ਤੇ ਲਾਇਆ, ਆਪਣੀ ਮੈਰਿਜ ਹੋਈ ਆ। ਬਟ ਉਹ ਮੈਨੂੰ ਹਰ ਵਾਰ ਮੇਰੇ ਮਾਂ ਪਿਓ ਨੂੰ ਵੀ ਤਾਂ ਆਪਣੇ ਪੇਰੈਂਟਸ ਨੂੰ ਵੀ ਗਲਤ ਮਤਲਬ ਮੇਰੇ ਬਾਰੇ ਉਕਸਾ ਦਿੰਦੇ ਸੀਗੇ ਵੀ ਮੈਂ ਹੀ ਗਲਤ ਆ, ਮੈਨੂੰ ਠਹਿਰਾ ਦਿੰਦੇ ਸੀ। ਅੱਛਾ ਤਾਂ ਇੱਕ ਦਿਨ ਮੈਂ ਕੀ ਹੁੰਦਾ, ਕੰਮ ਤੋਂ ਸੁਬਾਹ ਜਦੋਂ ਆਉਂਦਾ, ਮੇਰੀ ਰਾਤ ਦੀ ਸ਼ਿਫਟ ਹੁੰਦੀ ਹੈ, ਤਾਂ ਗੱਡੀ ਦੇ ਵਿੱਚ ਮੈਂ ਰਾਤ ਨੂੰ ਜਾਣ ਲੱਗਿਆ ਉੱਥੇ ਰਿਕਾਰਡਿੰਗ ਲਾ ਜਾਂਦਾ ਆਪਣੇ ਫੋਨ ਦੇ ਉੱਤੇ। ਅੱਛਾ ਜੀ। ਤਾਂ ਜਦ ਮੈਂ ਸੁਬਾਹ ਆ ਕੇ ਮਤਲਬ phone- ਤੁਸੀਂ ਰਿਕਾਰਡਿੰਗ ਲਗਾ ਕੇ ਕੋਈ ਫੋਨ ਉੱਥੇ ਰੱਖ ਗਏ ਸੀ? ਹਾਂਜੀ, ਫੋਨ ਰੱਖ ਘਰੇ ਗਿਆ ਆਪਣੇ? ਜੀ, ਹਾਂਜੀ, ਕਿਚਨ ਦੇ ਵਿੱਚ। ਠੀਕ ਹੈ। ਤਾਂ ਸੁਬਾਹ ਜਦੋਂ ਮੈਂ ਕੰਮ ਤੋਂ ਆ ਕੇ ਫੋਨ ਚੁੱਕਦਾ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਸੁਣਦਾ, ਰਿਕਾਰਡਿੰਗ ਦੇ ਵਿੱਚ ਤਾਂ ਉਹ ਅਸ਼ਲੀਲ ਤੌਰ ਤੇ ਗੱਲਾਂ ਕਰ ਰਹੇ ਹੁੰਦੇ ਆ, ਤਾਂ ਜਿੱਤੋਂ ਪੂਰਾ ਮਤਲਬ ਇਹ ਪਤਾ ਲੱਗਦਾ ਕਿ ਇਹਨਾਂ ਦੇ ਵਿੱਚ ਕੁਝ ਗਲਤ ਹੈਗਾ। ਤਾਂ ਮੈਂ ਆਪਣੀ ਵਾਈਫ ਸੁੱਤੇ ਪਏ ਹੁੰਦੇ ਉਹਨਾਂ ਨੂੰ ਉਠਾ ਲੈਂਦਾ ਜਾ ਕੇ, ਤਾਂ ਉਹਨਾਂ ਨੂੰ ਪੁੱਛਦਾ ਤਾਂ ਪਹਿਲਾਂ ਤਾਂ ਉਹ ਨਹੀਂ ਮੰਨਦੇਗੇ, ਬਾਅਦ ਵਿੱਚ ਜਦੋਂ ਰਿਕਾਰਡਿੰਗ ਸੁਣਾਉਂਦਾ ਤਾਂ ਉਹ ਮੰਨ ਜਾਂਦੇ ਆ, ਤਾਂ ਰੋਣ ਲੱਗ ਜਾਂਦੇ ਆ ਕਿ ਮੈਨੂੰ ਤਾਂ 1.5 ਸਾਲ ਹੋ ਗਿਆ ਇਸ ਮੁੰਡੇ ਦੇ ਨਾਲ ਰਿਲੇਸ਼ਨ ਬਣਾਏ ਹੋਏ ਨੂੰ। ਤਾਂ ਫਿਰ ਮੈਨੂੰ ਗੁੱਸਾ ਆਉਂਦਾ ਤਾਂ ਉਹ ਮੁੰਡੇ ਨੂੰ ਵੀ ਮੈਂ ਉਠਾ ਲੈਂਦਾ ਜਾ ਕੇ, ਤਾਂ ਉਹ ਵੀ ਹੱਸਣ ਲੱਗ ਜਾਂਦਾ ਮੈਨੂੰ ਵੇਖ ਕੇ ਵੀ ਸਾਨੂੰ ਤਾਂ 1.5 ਸਾਲ ਹੋ ਗਿਆ ਇੱਦਾਂ। ਅੱਛਾ ਜੀ। ਜਿਹੜਾ ਮੁੰਡਾ ਨਾਲ ਗੁਰਜੀਤ ਮਤਲਬ ਸਿੰਘ, ਹੱਸ ਕੇ ਇੱਕ ਤਰ੍ਹਾਂ ਨਾਲ ਮਜ਼ਾਕ ਉਡਾ ਰਿਹਾ ਸੀਗਾ ਤੁਹਾਡੇ ਰਿਸ਼ਤੇਦਾਰ ਵੀ, ਤੇ ਇਹ ਵੀ ਕਹਿ ਸਕਦੇ ਆ ਕਿ ਤੁਹਾਨੂੰ ਉਕਸਾ ਰਿਹਾ ਸੀ ਕੋਈ ਐਕਸ਼ਨ ਕਰਨ ਵਾਸਤੇ? ਜੀ ਜੀ, ਇਦਾਂ ਹੀ ਸੀ ਜੀ। ਪਰ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਕੁਝ ਪਤਾ ਨਹੀਂ ਸੀਗਾ। ਮੈਂ ਉੱਦਾਂ ਹੀ ਪੰਜਾਬ ਦੇ ਵਿੱਚ ਰਹਿਣ ਕਰਕੇ ਵੀ ਇੱਦਾਂ ਦਾ ਮੇਰਾ ਮਤਲਬ ਗੁੱਸੇ ਵਿੱਚ ਆ ਗਿਆ। ਤਾਂ ਗੁਰਜੀਤ ਸਿੰਘ ਜੋ ਮੁੰਡਾ ਇੱਕ ਸਾਡੇ ਨਾਲ ਹੋਰ ਰਹਿ ਰਿਹਾ, ਉਹ ਮੈਨੂੰ ਪਾਸੇ ਲੈ ਜਾਂਦਾ ਵੀ ਭਾਜੀ ਤੈਨੂੰ ਫਸਾ ਦੇਣਗੇ, ਤੂੰ ਇੱਦਾਂ ਇੱਥੇ ਕੁਝ ਵੀ ਗਲਤ ਨਾ ਕਰ। ਉਸ ਤੋਂ ਬਾਅਦ ਅਸੀਂ ਜਿੱਥੇ ਮੇਰੀ ਵਾਈਫ ਕੰਮ ਕਰਦੀ ਹੁੰਦੀ ਹੈ, ਇੱਕ ਮਨਜੀਤ ਸਿੰਘ ਨਾਮ ਦਾ ਮਤਲਬ 70-75 ਸਾਲ ਦੇ ਬਜ਼ੁਰਗ ਨੇ, ਅੱਛਾ। ਉਹਨਾਂ ਕੋਲ ਕੰਮ ਕਰਦੀ। ਤਾਂ ਮੈਂ ਅੰਕਲ ਨੂੰ ਫੋਨ ਕਰਦਾ ਤਾਂ ਉਹਦੇ ਕੋਲ ਚਲੇ ਜਾਂਦੇ ਆ। ਤਾਂ ਘੰਟਾ 1.5 ਘੰਟਾ ਉਹਨਾਂ ਕੋਲ ਰੁਕਦੇ ਆ, ਤਾਂ ਉਹਨਾਂ ਨੂੰ ਸਾਰੀ ਗੱਲਬਾਤ ਜੋ ਦੱਸਦੇ ਆ, ਤਾਂ ਉਹ ਵੀ ਮੇਰੀ ਵਾਈਫ ਨੂੰ ਕਾਫੀ ਕੁਝ ਕਹਿੰਦੇ ਨੇ, ਲੜਦੇ ਨੇ। ਉਹਨਾਂ ਕੋਲ ਕੌਣ ਗਏ ਸੀ, ਤੁਸੀਂ ਤੇ ਤੁਹਾਡੀ ਵਾਈਫ ਦੋਨੋਂ ਗਏ ਸੀਗੇ? ਤੇ ਨਾਲ ਗੁਰਜੀਤ ਸਿੰਘ ਮੁੰਡਾ ਜੀ, ਉਹ ਗੱਡੀ ਚਲਾ ਕੇ ਅੱਛਾ, ਗਿਆ ਸੀ। ਤੇ ਤੁਸੀਂ ਤੇ ਉਹ ਮੁੰਡਾ ਜਿਹੜਾ ਦੂਸਰਾ ਬੇਸਮੈਂਟ 'ਚ ਹਾਂਜੀ, ਕਿਰਾਏ ਤੇ ਗੁਰਜੀਤ ਸਿੰਘ, ਰਹਿੰਦਾ ਸੀ? ਹਾਂਜੀ। ਠੀਕ ਤਾਂ ਹੈ। ਉਹਨਾਂ ਨੂੰ ਸਾਰੀ ਗਾਣੀ ਜਦੋਂ ਪਤਾ ਲੱਗਦੀ ਹੈ ਤਾਂ ਉਹ ਲੜਦੇ ਨੇ ਮੇਰੀ ਵਾਈਫ ਨਾਲ ਵੀ ਤੂੰ ਗਲਤ ਕੀਤਾ ਮੁੰਡੇ ਦੇ ਨਾਲ, ਤੂੰ ਧੋਖਾ ਦਿੱਤਾ ਜਸਵਿੰਦਰ ਸਿੰਘ ਨੂੰ। ਤਾਂ ਉਸ ਟਾਈਮ ਵੀ ਮੇਰੀ ਵਾਈਫ ਰੋਂਦੇ ਰਹਿੰਦੇ ਨੇ। ਫਿਰ ਮੈਂ ਗੁੱਸੇ ਵਿੱਚ ਆ ਕੇ ਆਪਣੇ ਪੇਰੈਂਟਸ ਨੂੰ ਵੀ ਦੱਸ ਦਿੰਦਾ, ਤਾਂ ਆਪਣੇ ਸਹੁਰਾ ਪਰਿਵਾਰ ਨੂੰ ਵੀ ਦੱਸ ਦਿੰਦਾ ਸਾਰੀ ਗੱਲ ਵੀ ਇੱਦਾਂ ਕੀਤਾ ਇਹਨੇ ਮੇਰੇ ਨਾਲ। ਤਾਂ ਉਹ ਵੀ ਲੜਦੇ ਨੇ ਸਾਰੇ ਉਸ ਟਾਈਮ ਤਾਂ ਮੈਨੂੰ ਕਹਿੰਦੇ ਨੇ ਵੀ ਮੇਰੀਆਂ ਮਿੰਨਤਾਂ ਕਰਦੇ ਨੇ, ਤੂੰ ਅੱਗੇ ਨਾ ਦੱਸ ਕਿਸੇ ਨੂੰ। ਤਾਂ ਉਸ ਤੋਂ ਬਾਅਦ ਵਾਪਸ ਆ ਜਾਂਦੇ ਆ। ਜਦੋਂ ਵਾਪਸ ਆਉਂਦੇ ਆ ਤਾਂ ਮੇਰੀ ਵਾਈਫ ਬਾਥਰੂਮ ਕਰਨ ਚਲੀ ਜਾਂਦੀ ਹੈ, ਤਾਂ ਉਹ ਮੁੰਡਾ ਮੈਨੂੰ ਦੇਖ ਕੇ ਫਿਰ ਹੱਸ ਪੈਂਦਾ। ਤਾਂ ਮੈਨੂੰ ਗੁੱਸਾ ਆਉਂਦਾ ਜਦੋਂ ਮੈਂ ਮਤਲਬ ਅਸੀਂ ਹੱਥੋਂ ਪਾਈ ਹੋ ਜਾਂਦੇ ਆ, ਤਾਂ ਉੱਥੇ ਇੱਕ ਚਾਕੂ ਪਿਆ ਹੁੰਦਾ ਤੇ ਉਹ ਇੱਦਾਂ ਮੈਂ ਜਦੋਂ ਘੁਮਾਉਣਾ ਤਾਂ ਉਹਦੇ ਇੱਥੇ ਬਾਂਹ 'ਤੇ ਲੱਗ ਜਾਂਦਾ। ਤਾਂ ਉਸੇ ਟਾਈਮ ਹੀ ਬਸ ਉਹਨਾਂ ਨੂੰ ਤਾਂ ਗਿਣੀ ਮਿਣੀ ਸਾਜ਼ਿਸ਼ ਹੁੰਦੀ ਹੈ ਵੀ ਸਾਡੇ 'ਤੇ ਕੋਈ ਅਟੈਕ ਕਰੇ ਇਹ। ਤਾਂ ਮੇਰੀ ਵਾਈਫ ਪੁਲਿਸ ਨੂੰ ਫੋਨ ਕਰਕੇ ਸੱਦ ਲੈਂਦੀ ਆ, ਤਾਂ ਮੈਨੂੰ ਅਰੈਸਟ ਕਰਵਾ ਦਿੰਦੇ ਆ ਜੀ। ਤੁਹਾਨੂੰ ਮਤਲਬ ਕਿਵੇਂ ਜ਼ਿਆਦਾ ਸ਼ਿਓਰਟੀ ਹੋਈ ਵੀ ਉਹਨਾਂ ਦੇ ਵਿੱਚ ਗਲਤ ਰਿਲੇਸ਼ਨ ਆ? ਹੋ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਮਜ਼ਾਕ ਉਡਾ ਰਿਹਾ ਸੀ, ਹੋ ਸਕਦਾ ਕੋਈ ਫਰੈਂਕ ਵਗੈਰਾ ਕਰਦੇ ਹੋਣ ਜਾਂ ਕੋਈ ਇਦਾਂ ਦਾ ਰਿਸ਼ਤਾ ਨਾ ਹੋਵੇ। ਤੁਹਾਨੂੰ ਮਤਲਬ ਪੱਕਾ ਕਿਵੇਂ ਪਤਾ ਲੱਗਿਆ ਵੀ ਉਹਨਾਂ ਦੇ ਵਿੱਚ ਗਲਤ ਰਿਲੇਸ਼ਨ ਹਾਂਜੀ, ਹੈ? ਰਿਕਾਰਡਿੰਗ ਦੇ ਵਿੱਚ ਅਸ਼ਲੀਲ ਗੱਲਾਂ ਕਰ ਰਹੇ ਨੇ ਦੋਨੋਂ ਜਣੇ। ਅੱਛਾ। ਤਾਂ ਉਸ ਵਿੱਚ ਜਦੋਂ ਮੈਂ ਆਪਣੀ ਵਾਈਫ ਨੂੰ ਉਹ ਰਿਕਾਰਡਿੰਗ ਸੁਣਾਉਣਾ ਤਾਂ ਉਹ ਮੇਰੇ ਕੋਲੇ ਮੰਨ ਜਾਂਦੇ ਨੇ ਵੀ। ਅੱਛਾ। ਉਸ ਤੋਂ ਬਾਅਦ ਪੁਲਿਸ ਕੋਲ ਜਾ ਕੇ ਜਦੋਂ ਪੁਲਿਸ ਮੈਨੂੰ ਅਰੈਸਟ ਕਰ ਲੈਂਦੀ ਹੈ, ਤਾਂ ਪੁਲਿਸ ਕੋਲ ਜਾ ਕੇ ਅਮਨ ਹੁਸੈਨ ਨਾਂ ਦਾ ਮੁੰਡਾ ਵੀ ਆਪਣੇ ਪੂਰੇ ਬਿਆਨ ਲਿਖਾਉਂਦਾ ਵੀ ਸਾਡੇ 1.5 ਸਾਲ ਤੋਂ ਰਿਲੇਸ਼ਨ ਸੀਗੇ। ਤਾਂ ਮੇਰੀ ਵਾਈਫ ਕੁਲਵਿੰਦਰ ਕੌਰ ਭੁੱਲਰ ਵੀ ਪੂਰੇ ਆਪਣੇ ਬਿਆਨ ਲਿਖਾਉਂਦੀ ਹੈ ਵੀ ਸਾਡੇ ਰਿਲੇਸ਼ਨ ਸੀਗੇ, ਮੇਰੀਆਂ ਫੀਸਾਂ ਜੋ ਸਹੁਰਾ ਪਰਿਵਾਰ ਨੇ ਭਰੀਆਂ, ਸਾਰੇ ਉਹਨਾਂ ਦੇ ਬਿਆਨ ਹੈ। ਜੋ ਗੁਰਜੀਤ ਸਿੰਘ ਸਾਡੇ ਨਾਲ ਰਹਿ ਰਹੇ ਸੀ ਉਸਨੇ ਵੀ ਕਿਹਾ ਵੀ ਮੇਰੇ ਅੱਖੀ ਮੈਂ ਵੇਖਿਆ, ਇਹਦੀ ਵਾਈਫ ਮੰਨ ਗਈ ਸੀ, ਮੁੰਡਾ ਵੀ ਉਹ ਮੰਨ ਗਿਆ ਸੀਗਾ। ਤਾਂ ਇਹ ਦੋਨੇ ਜਾਣੇ ਮੇਰੇ ਸਾਹਮਣੇ ਮੰਨੇ ਆ, ਉਹਦੇ ਵੀ ਪੂਰੇ ਬਿਆਨ ਨੇ ਜੋ ਪੁਲਿਸ ਸਟੇਸ਼ਨ ਤੋਂ ਮਤਲਬ ਲੈ ਲਏ ਸੀਗੇ ਅਸੀਂ। ਤਾਂ ਹੁਣ ਜਦੋਂ ਮੈਂ ਉਸ ਤੋਂ ਬਾਅਦ ਜੋਗਿੰਦਰ ਵਾਸੀ ਦੇ ਸ਼ੋਅ 'ਤੇ ਮੈਂ ਵੀਡੀਓ ਵੀ ਪਾਈਆਂ ਆਪਣੀਆਂ, ਤਾਂ ਮੇਰੇ ਨਾਲ ਇੱਦਾਂ ਫਰਾਡ ਹੋਇਆ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਕਿਉਂਕਿ ਗਿਣੀ ਮਿਣੀ ਸਾਜ਼ਿਸ਼ ਸੀ, ਇੰਡੀਆ ਤੋਂ ਮੈਨੂੰ ਬੁਲਾ ਵੀ ਲੈਂਦੇ ਨੇ ਅਤੇ ਉੱਥੇ ਜਾ ਕੇ ਮੈਨੂੰ ਡਿਪੋਰਟ ਵੀ ਕਰਵਾ ਦਿੰਦੇ ਨੇ। ਤਾਂ ਉਸ ਤੋਂ ਬਾਅਦ ਫਿਰ ਉਸ ਮੁੰਡੇ ਨੂੰ ਵੀ ਅਮਨ ਹੁਸੈਨ ਨੂੰ ਵੀ ਛੱਡ ਕੇ ਇੱਕ ਤੀਸਰੇ ਮੁੰਡੇ ਨਾਲ ਮੈਰਿਜ ਕਰਵਾਉਂਦੀ ਹੈ ਜੀ। ਅੱਛਾ, ਮਤਲਬ ਜਿਹਦੇ ਨਾਲ ਰਿਲੇਸ਼ਨ ਸੀ ਉਹਨੂੰ ਵੀ ਛੱਡ ਦਿੰਦੀ ਹੈ? ਹਾਂਜੀ, ਉਹਨਾਂ ਨੂੰ ਛੱਡ ਦਿੰਦੇ ਨਾ। ਜਗਮੋਹਨ ਸਿੰਘ ਨਾਂ ਦਾ ਮੁੰਡਾ ਜੀ, ਜੈਤੋ ਮੰਡੀ ਕੋਲ ਉਹਦਾ ਪਿੰਡ ਆ ਬਸ਼ਨੰਦੀ, ਉੱਥੋਂ ਦੇ ਮੁੰਡੇ ਨਾਲ ਮੈਰਿਜ ਕਰਾਉਂਦੇ ਨੇ।
ਤਾਂ ਉਸ ਮੁੰਡੇ ਦਾ ਅਸੀਂ ਪਤਾ ਕੀਤਾ ਜੀ, 3 ਵਿਆਹ ਉਹਨਾਂ ਦੇ ਪਹਿਲਾਂ ਹੋ ਚੁੱਕੇ ਤੇ ਚੌਥਾ ਵਿਆਹ ਇਹਦੇ ਨਾਲ ਕਰਵਾਇਆ ਉਸ ਮੁੰਡੇ ਨੇ। ਅੱਛਾ ਜੀ। ਹਾਂਜੀ। ਤਾਂ ਉਹ ਮੁੰਡਾ ਸਾਈਪ੍ਰੈਸ ਅਤੇ ਯੂਕੇ ਤੋਂ ਡਿਪੋਰਟ ਹੋਇਆ ਵਾ। ਅੱਛਾ। ਤਾਂ ਉਸਦੀ ਪਰਮਿਸ਼ਨ ਪੂਰੀ ਸਾਨੂੰ ਮਿਲ ਚੁੱਕੀ ਆ। ਉਹਦੇ ਪਿੰਡ ਵਾਲੇ ਵੀ ਮਤਲਬ ਉਸ ਨੂੰ ਕਹਿੰਦੇ ਵੀ ਠੀਕ ਨਹੀਂ ਗਾ ਇਹ। ਤਾਂ ਫਿਰ ਮੈਂ ਆਪਣੇ ਇੱਧਰ ਜਦੋਂ ਮੈਨੂੰ ਡਿਪੋਰਟ ਕਰ ਦਿੰਦੇ ਨੇ, ਆਪਣੇ ਸਹੁਰਾ ਪਰਿਵਾਰ ਨਾਲ ਬਹੁਤ ਗੱਲਬਾਤ ਕਰਦਾ, ਮਿਹਨਤਾਂ ਵੀ ਕਰਦੇ ਨੇ ਮੇਰੇ ਪੇਰੈਂਟਸ ਜਾ ਕੇ ਉਹਨਾਂ ਦੀਆਂ, ਪਰ ਉਹ ਮੰਨਦੇ ਨਹੀਂ ਗੇ। ਅੱਛਾ ਜੀ। ਅਤੇ ਫਿਰ ਮਤਲਬ ਕੋਈ ਸਾਡਾ ਸਮਝੌਤਾ ਨਹੀਂ ਹੋਇਆ, ਨਾ ਹੀ ਮੈਥੋਂ ਡਿਵੋਰਸ ਲਿਆ ਉਹਨਾਂ ਨੇ। ਤਾਂ ਉਹਨਾਂ ਦੇ ਨਾਲ ਮੈਰਿਜ ਕਰਵਾ ਲਈ ਜੀ। ਤਾਂ ਜੋਗਿੰਦਰ ਵਾਸੀ ਦੇ ਸ਼ੋਅ ਦੇ ਵਿੱਚ ਮੈਂ ਆਪਣੀ ਸਟੋਰੀ ਲਾਈ ਸੀਗੀ। ਤਾਂ ਉਸ ਤੋਂ ਬਾਅਦ ਮੈਨੂੰ ਕਾਫੀ ਮਤਲਬ ਵੀ ਆਏ ਲੋਕਾਂ ਦੇ ਸਵਾਲ ਪੁੱਛੇ ਤੁਹਾਨੂੰ? ਹਾਂਜੀ, ਸਵਾਲ ਪੁੱਛੇ ਗਏ। ਤਾਂ ਉਹਨਾਂ ਨੂੰ ਵੀ ਲੱਗਿਆ ਵੀ ਬਹੁਤ ਜ਼ਿਆਦਾ ਮਤਲਬ ਵੀ ਧੱਕਾ ਹੋਇਆ ਮੁੰਡੇ ਨਾਲ। ਤੇ ਦਰਸ਼ਕੋ, ਤੁਸੀਂ ਹੁਣ ਤੱਕ ਸੁਣੀ ਚੁੱਕੇ ਹੋ ਕਿਸ ਤਰ੍ਹਾਂ ਇਸ ਨੌਜਵਾਨ ਨੂੰ ਪਹਿਲਾਂ ਬੁਲਾਇਆ ਗਿਆ, ਫਾਈਨੈਂਸ਼ਲੀ ਤੌਰ ਤੇ ਵੀ ਨੁਕਸਾਨ ਕੀਤਾ ਗਿਆ। ਤੇ ਭਾਈ ਇੱਥੇ ਇੱਕ ਸਵਾਲ ਕਰਨਾ ਚਾਹੂੰਗਾ ਕਿ ਜਿਵੇਂ ਤੁਹਾਡੀ ਵਾਈਫ ਉੱਧਰ ਗਈ ਹੈ ਨਾ, ਉਹਦੇ ਗਲਤ ਰਿਲੇਸ਼ਨ ਕਿਸੇ ਨੌਜਵਾਨ ਦੇ ਨਾਲ ਬਣਦੇ ਨੇ, ਕੀ ਤੁਹਾਨੂੰ ਬੁਲਾਉਣ ਦੇ ਵਿੱਚ ਵੀ ਪਹਿਲਾਂ ਕੋਈ ਆਨਾਕਾਨੀ ਵਗੈਰਾ ਕੀਤੀ ਗਈ ਉਹਨਾਂ ਕੋਲ? ਕਿਉਂਕਿ ਹੁਣ ਤੱਕ ਜਿੰਨੇ ਕੇਸ ਸਾਹਮਣੇ ਆਏ ਨੇ ਇਸ ਤਰ੍ਹਾਂ ਦੇ, ਕੁੜੀਆਂ ਬੁਲਾਉਣ ਤੇ ਕਾਫੀ ਗਲਤ ਤਰੀਕੇ ਦੇ ਨਾਲ, ਮਤਲਬ ਕੋਈ ਪੇਪਰ ਸਹੀ ਨਹੀਂ ਲਗਾਉਂਦੀਆਂ ਜਾਂ ਪੇਪਰਾਂ ਦੇ ਵਿੱਚ ਗਲਤੀ ਕਰ ਦਿੰਦੀਆਂ ਨੇ ਵੀ ਉੱਧਰ ਨਾ ਆਉਣ। ਉਸ ਤਰ੍ਹਾਂ ਦਾ ਵੀ ਕੋਈ ਕੇਸ ਹੋਇਆ ਤੁਹਾਡੇ ਨਾਲ ਵੀ ਬੁਲਾਉਣ ਦੇ ਵਿੱਚ ਤੁਹਾਨੂੰ ਆਨਾਕਾਨੀ ਕੀਤੀ ਹੋਵੇ? ਹਾਂਜੀ, ਜਦੋਂ ਮੇਰੀ ਫਾਈਲ ਲੱਗਦੀ ਹੈ ਜੀ, ਪਹਿਲੀ ਵਾਰ ਮੇਰੀ ਫਾਈਲ ਰਿਜੈਕਟ ਹੋ ਜਾਂਦੀ ਹੈ। 7 ਮਹੀਨਿਆਂ ਬਾਅਦ ਮੇਰਾ ਰਿਜ਼ਲਟ ਆਉਂਦਾ, ਤਾਂ ਫਾਈਲ ਰਿਜੈਕਟ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਦੂਸਰੀ ਵਾਰ ਫਾਈਲ ਲਾਈ ਜਾਂਦੀ ਹੈ, ਤਾਂ 9 ਮਹੀਨਿਆਂ ਬਾਅਦ ਮੇਰਾ ਵੀਜ਼ਾ ਫਿਰ ਅੱਗੇ 9 ਮਹੀਨੇ ਹੋਰ ਪੈ ਕੇ ਵੀਜ਼ਾ ਆਉਂਦਾ ਜੀ। ਬਟ ਮੈਨੂੰ ਨਹੀਂ ਪਤਾ ਵੀ ਉਹਨੇ ਗਲਤੀ ਕੀਤੀ ਸੀ ਕੋਈ ਜਾਂ ਕਿਵੇਂ ਸੀ ਇੱਦਾਂ। ਅੱਛਾ ਜੀ। ਤਾਂ ਇਹ ਪਹਿਲੀ ਵਾਰ ਮੇਰੀ ਫਾਈਲ ਰਿਜੈਕਟ ਜ਼ਰੂਰ ਹੁੰਦੀ ਹੈ ਜੀ, ਦੂਸਰੀ ਵਾਰ ਵੀਜ਼ਾ ਆਉਂਦਾ। ਤੁਹਾਡੇ ਨਾਲ ਆਸਟ੍ਰੇਲੀਆ ਜਾਣ ਤੋਂ ਬਾਅਦ ਜਿਸ ਤਰ੍ਹਾਂ ਦਾ ਤੁਸੀਂ ਦੱਸਿਆ ਵੀ ਪਹਿਲੀ ਵਾਰ ਤੁਸੀਂ ਉਹਨਾਂ ਨੂੰ ਫੜਿਆ, ਹੈ ਨਾ, ਸ਼ੱਕ ਹੋਇਆ ਤੁਹਾਨੂੰ, ਤੇ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਜਿਹੜਾ ਤੁਹਾਡੇ ਦੁਆਰਾ ਉਸ ਨੌਜਵਾਨ ਤੇ ਹਮਲਾ ਕੀਤਾ ਗਿਆ, ਕਿ ਉਹ ਪ੍ਰੀ ਪਲਾਨਡ ਕੋਈ ਸੀਗਾ ਜਾਂ ਫਿਰ ਤੁਹਾਨੂੰ ਜਾਣਬੁੱਝ ਕੇ ਉਕਸਾਇਆ ਗਿਆ ਸੀ? ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਪਹਿਲਾਂ ਤੋਂ ਹੀ ਮਨਸ਼ਾ ਸੀ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਇਲੀਗਲ ਕੰਮ ਕਰੋ, ਕੋਈ ਐਕਸ਼ਨ ਕਰੋ? ਕਿਉਂਕਿ ਆਮ ਤੌਰ 'ਤੇ ਸਾਰਿਆਂ ਨੂੰ ਪਤਾ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਹੁੰਦਾ, ਜੇਕਰ ਇਸ ਤਰ੍ਹਾਂ ਦਾ ਕੋਈ ਕਿਸੇ ਬਗਾਨੇ ਨਾਲ ਵੀ ਹੁੰਦਾ ਤਾਂ ਉਹ ਜਰ ਨਹੀਂ ਸਕਦੇ ਉੱਥੇ ਦੇਖ ਕੇ। ਵੀ ਤੁਹਾਨੂੰ ਲੱਗਦਾ ਵੀ ਇਹ ਜਾਣਬੁੱਝ ਕੇ ਪਹਿਲਾਂ ਇੱਕ ਗੇਮ ਬਣਾਈ ਗਈ ਸੀ ਕਿ ਤੁਹਾਨੂੰ ਉਹਦੇ ਵਿੱਚ ਫਸਾਇਆ ਗਿਆ ਸਾਰਾ, ਜਿਹੜਾ ਤੁਹਾਡੇ ਵੱਲੋਂ ਉਸ ਨੌਜਵਾਨ ਦੇ ਨਾਲ ਲੜਾਈ ਝਗੜਾ ਕੀਤਾ ਗਿਆ? ਹਾਂਜੀ, ਲੱਗਦਾ ਜਿਵੇਂ ਉਹ ਰਿਕਾਰਡਿੰਗ ਸੁਣੀ ਤਾਂ ਉਸ ਦੇ ਵਿੱਚ ਹੱਸ ਕੇ ਗੱਲਾਂ ਕਰ ਰਹੇ ਨੇ, ਮਤਲਬ ਫਿਜ਼ੀਕਲ 6 ਵੇਜ 'ਤੇ ਸਾਰੀ ਗੱਲ ਹੁੰਦੀ ਆ। ਤਾਂ ਮੈਨੂੰ ਲੱਗਦਾ ਵੀ ਇਹ ਜਿਵੇਂ ਮੇਰੇ ਸਾਹਮਣੇ ਉਹ ਹੱਸੇ, ਉਹਨਾਂ ਨੇ ਕੋਈ ਮੈਥੋਂ ਮਾਫੀ ਸੌਰੀ ਨਹੀਂ ਮੰਗੀ ਵੀ ਇੱਦਾਂ ਅਸੀਂ ਗਲਤ ਰਿਲੇਸ਼ਨ ਨੇ। ਮਤਲਬ ਵੀ ਉਹ ਮੁੰਡਾ ਤਾਂ ਹੱਸ ਕੇ ਗੱਲਾਂ ਕਰ ਰਿਹਾ ਸੀਗਾ ਵੀ ਸਾਡੇ ਅਸੀਂ ਤਾਂ 1.5 ਸਾਲ ਤੋਂ ਇਕੱਠੇ ਰਹਿ ਰਹੇ ਹਾਂ ਭਾਜੀ, ਤੁਹਾਨੂੰ ਪਾਗਲ ਬਣਾ ਰਹੇ ਸੀਗੇ ਇੱਦਾਂ ਅਸੀਂ ਤਾਂ। ਅਤੇ ਕਹਿੰਦਾ ਮੈਨੂੰ ਭਾਜੀ ਸੀਗਾ ਜੀ, ਅਮਨ ਸਿੰਘ ਨਾਂ ਦਾ ਮੁੰਡਾ ਜਿਹਦਾ ਰਿਲੇਸ਼ਨ ਸੀਗੇ। ਮੇਰੀ ਵਾਈਫ ਨੂੰ ਦੀਦੀ ਕਹਿੰਦਾ ਹੁੰਦਾ ਸੀਗਾ, ਮਤਲਬ ਭੈਣ ਭਰਾ ਦਾ ਰਿਸ਼ਤਾ ਮੇਰੇ ਸਾਹਮਣੇ ਉਹ ਪ੍ਰੂਫ ਕਰਦੇ ਸੀ ਅਸੀਂ ਭੈਣ ਭਰਾ। ਮੇਰੇ ਸਾਹਮਣੇ ਰੱਖੜੀ ਦਾ ਤਿਉਹਾਰ ਵੀ ਉੱਥੇ ਮੈਂ ਜਦੋਂ ਰਹਿੰਦਾ ਸੀ ਆਇਆ ਸੀਗਾ, ਤਾਂ ਰੱਖੜੀ ਦੇ ਤਿਉਹਾਰ 'ਤੇ ਮੇਰੀ ਵਾਈਫ ਦੇ ਰੱਖੜੀ ਵੀ ਬੰਨੀ ਉਹਨੇ, ਮੇਰੀ ਵਾਈਫ ਨੇ ਉਸ 'ਤੇ। ਤਾਂ ਮੈਨੂੰ ਇਹ ਪ੍ਰੂਫ ਕਰਦੇ ਸੀ ਵੀ ਅਸੀਂ ਭੈਣ ਭਰਾ। ਬਟ ਉਸ ਟਾਈਮ 'ਤੇ ਜਦੋਂ ਲੜਾਈ ਹੁੰਦੀ ਹੈ ਤਾਂ ਉਹ ਹੱਸਣ ਲੱਗ ਗਏ। ਤਾਂ ਗੁੱਸੇ ਵਿੱਚ ਆ ਕੇ ਮੈਥੋਂ ਉਸਦੇ ਮਤਲਬ ਸੱਟ ਲੱਗ ਗਈ ਸੀਗੀ। ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਇਹ ਲੱਗਦਾ ਹੈ ਵੀ ਉਹਨਾਂ ਦੀ ਇਹ ਮਿਲੀ ਜੁਲੀ ਮਤਲਬ ਸੀਗੀ ਵੀ ਸਾਜ਼ਿਸ਼ ਸੀ। ਤੁਹਾਨੂੰ ਡਿਪੋਰਟ ਕਰਾਉਣ ਦੇ? ਹਾਂ, ਡਿਪੋਰਟ ਕਰਾਉਣ ਦੇ ਵਿੱਚ। ਕਿਉਂਕਿ ਜਿੰਨਾ ਟਾਈਮ ਮੇਰੀ ਪੁਲਿਸ ਦੇ ਮਤਲਬ ਜ਼ਮਾਨਤ ਨਹੀਂ ਹੋਈ ਤਾਂ ਮੇਰੇ ਘਰ ਵਾਲਿਆਂ ਨਾਲ ਵੀ ਗੱਲ ਕਰਦੇ ਰਹੇ, ਤਾਂ ਸਾਰਿਆਂ ਨਾਲ ਉਹਨਾਂ ਨੂੰ ਪਤਾ ਸੀ ਇਹਨੂੰ ਕੈਦ ਹੋ ਜਾਣੀ ਹੈ, ਰਹੂਗਾ ਤਾਂ ਅੰਦਰ, ਮਤਲਬ ਸੱਚੇ ਹੁੰਦੇ ਰਹੇ। ਤਾਂ ਜਦੋਂ ਮੇਰੀ ਜ਼ਮਾਨਤ ਹੋ ਗਈ ਉਸ ਤੋਂ ਬਾਅਦ ਮਤਲਬ ਵੀ ਉਹ ਕੋਈ ਗੱਲ ਕਰਨੀ ਉਹਨਾਂ ਨੇ ਬੰਦ ਕਰਤੀ ਸਾਰੇ, ਮੇਰੇ ਨਾਲ ਵੀ ਅਤੇ ਮੇਰੇ ਮਾਂ ਪਿਓ ਨਾਲ ਵੀ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ। ਜਦੋਂ ਇਹ ਸਾਰਾ ਲੜਾਈ ਝਗੜਾ ਹੋਇਆ ਤੁਸੀਂ ਜੇਲ੍ਹ ਜਾਂਦੇ ਹੋ, ਉੱਥੇ ਜੇਲ੍ਹ ਵੀ ਪਤਾ ਲੱਗਿਆ ਵੀ 10 ਤੋਂ 11 ਮਹੀਨੇ ਤੁਹਾਨੂੰ ਜੇਲ੍ਹ ਵੀ ਉੱਥੇ ਰਹਿਣਾ ਪਿਆ, ਤੁਹਾਡੇ ਪਰਿਵਾਰ ਨੂੰ ਕੀ ਦੱਸਿਆ ਸੀ ਵੀ ਕੀ ਘਟਨਾ ਹੋਈ ਹੈ, ਕਿਉਂ ਜੇਲ੍ਹ ਗਏ? ਹਾਂਜੀ, ਝੂਠ ਬੋਲ ਦਿੰਦੇ ਸੀਗੇ ਜੀ। ਹੁਣ ਜਦੋਂ ਮੈਂ ਵੀਡੀਓ ਪਾਈਆਂ ਤਾਂ ਮੇਰੇ ਸਹੁਰੇ ਨੇ, ਜਿਹੜੇ ਕੁਲਵਿੰਦਰ ਕੌਰ ਭੁੱਲਰ ਦਾ ਡੈਡੀ ਆ ਕੁਲਦੀਪ ਸਿੰਘ ਜੀ, ਤਾਂ ਉਸਨੇ ਮੇਰੇ 'ਤੇ ਕੇਸ ਕੀਤਾ ਹੋਇਆ ਮੁਕਤਸਰ ਦੇ ਵਿੱਚ ਮਾਣਹਾਨੀ ਦਾ ਵੀ ਸਾਡੇ ਖਿਲਾਫ। ਮੈਂ ਇਹਦਾ ਸਹੁਰਾ ਨਹੀਂ, ਮੇਰੀ ਕੁੜੀ ਆ ਜਿਹੜੀ, ਇਹਦੀ ਘਰ ਵਾਲੀ ਨਹੀਂ, ਸਾਡਾ ਇਹਦੇ ਨਾਲ ਨਿਬੜ ਚੁੱਕਿਆ ਸਾਰਾ ਸਭ ਕੁਝ। ਮਤਲਬ ਤੁਹਾਡਾ ਤਲਾਕ ਹੋ ਚੁੱਕਿਆ ਹੁਣ? ਨਹੀਂ, ਬਿਲਕੁਲ ਨਹੀਂ ਜੀ, ਕੋਈ ਪੇਪਰ ਨਹੀਂ ਫਿਰ ਉਹ ਆਏ। ਕਿਉਂ ਕਹਿ ਰਹੇ ਨੇ? ਪਤਾ ਨਹੀਂ ਜੀ, ਉਹ ਝੂਠ ਬੋਲ ਰਹੇ ਨੇ। ਉਸ ਟਾਈਮ ਵੀ ਝੂਠ ਬੋਲਿਆ ਕਿ ਜੀ ਇਹ ਮੁੰਡਾ ਤਾਂ ਉੱਥੇ ਦਾਰੂ ਪੀਂਦਾ ਸੀਗਾ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ ਉੱਥੇ ਅਯਾਸ਼ੀਆਂ ਕਰਦਾ ਸੀਗਾ, ਅਤੇ ਮੇਰੀ ਕੁੜੀ ਨੇ ਕਿਹਾ ਵੀ ਮੈਥੋਂ ਇੰਨੇ ਜਾਣਿਆਂ ਦੀ ਰੋਟੀ ਨਹੀਂ ਬਣਦੀ ਗੀ, ਤੂੰ ਕੰਮ ਨਹੀਂ ਜਾਂਦਾ। ਪਰ ਇੱਦਾਂ ਨਹੀਂ ਜੀ, ਜਦੋਂ ਮੈਂ ਕੰਮ ਤੋਂ ਆਉਂਦਾ ਫਿਰ ਹੀ ਮੈਨੂੰ ਪਤਾ ਲੱਗਦਾ ਹੈ। ਮੈਂ ਉੱਥੇ ਕੰਮ 'ਤੇ ਹਰ ਰੋਜ਼ ਡੇਲੀ ਜਾਂਦਾ ਸੀਗਾ, ਅਤੇ ਰਿਕਾਰਡਿੰਗ ਦੇ ਵਿੱਚ ਤਾਂ ਜੋ ਬਿਆਨ ਨੇ ਉਹਦੇ ਵਿੱਚ ਵੀ ਸਾਰੇ ਮੇਰੇ ਕੋਲ ਨੇ ਜੀ, ਪ੍ਰੂਫ ਜੋ ਹੈਗੇ ਨੇ। ਤਾਂ ਕੁਲਵਿੰਦਰ ਕੌਰ ਭੁੱਲਰ ਮੇਰੀ ਵਾਈਫ ਖੁਦ ਮੰਨੀ ਹੈ ਜੀ,
ਤਾਂ ਸਾਰਾ ਕੁਝ ਉਹਨੇ ਪ੍ਰੂਵ ਕੀਤਾ ਵੀ ਮੇਰੇ ਇਦਾਂ ਰਿਲੇਸ਼ਨ ਸੀਗੇ 1.5 ਸਾਲ ਤੋਂ। ਤਾਂ ਇਹਨੂੰ ਜਦੋਂ ਪਤਾ ਲੱਗਦਾ ਫਿਰ ਲੜਾਈ ਹੁੰਦੀ ਹੈ ਜੀ ਇੱਥੇ। ਤੇ ਸਾਡੇ ਸਾਹਮਣੇ ਪੇਪਰ ਦਿਖ ਰਹੇ ਨੇ ਕਿ ਤੁਸੀਂ ਆਉਣ ਤੋਂ ਬਾਅਦ ਚ ਕੋਈ ਕੰਪਲੇਂਟ ਵਗੈਰਾ ਵੀ ਕੀਤੀ ਹੈ ਫਿਰ ਇੱਧਰ ਹੀ? ਹਾਂਜੀ, ਨਹੀਂ ਇੱਧਰ ਮੈਂ ਵੀਡੀਓ ਪਾਈਆਂ ਸੀਗੀਆਂ ਜੀ, ਕਿਉਂਕਿ ਉਸ ਤੋਂ ਬਾਅਦ ਮੈਂ ਲੇਟ ਇਸ ਕਰਕੇ ਹੋ ਗਿਆ ਜੀ, ਬਹੁਤ ਟਾਈਮ ਮੈਂ ਬਿਮਾਰ ਰਿਹਾ ਜੀ, 2-2.5 ਸਾਲ ਇੱਥੇ ਆ ਕੇ ਬਿਮਾਰ ਰਿਹਾ। ਮੇਰੇ ਮੰਮਾ ਜੀ ਬਿਮਾਰ ਨੇ, ਹੁਣ ਵੀ ਬਿਮਾਰ ਨੇ ਜੀ, ਉਹਨਾਂ ਦਾ ਇਲਾਜ ਕਰਾਉਂਦੇ ਰਹੇ। ਮੇਰੇ ਪਾਪਾ ਜੀ ਬਿਮਾਰ ਰਹਿਣ ਲੱਗ ਗਏ ਸੀਗੇ, ਅਤੇ ਇਸ ਦਾ ਕਰਕੇ ਮੈਂ ਇੰਨਾ ਜ਼ਿਆਦਾ ਲੇਟ ਹੋ ਗਿਆ ਜੀ। ਉਸ ਤੋਂ ਬਾਅਦ ਮੇਰੇ ਫਰੈਂਡ ਸਰਕਲ ਸੀਗਾ ਜੀ, ਆਸਟ੍ਰੇਲੀਆ ਵਿੱਚ ਵੀ ਸੀਗੇ ਜੀ, ਕੈਨੇਡਾ ਵਿੱਚ ਵੀ ਸੀਗੇ। ਤਾਂ ਇੱਕ ਮੈਂ ਲਵਪ੍ਰੀਤ ਲਾਡੀ ਵੀਰਾ ਜੋ ਖੁਦਕੁਸ਼ੀ ਕਰ ਗਿਆ ਸੀ ਬੇਅੰਤ ਕੇਸ ਦੇ ਮਾਮਲੇ ਵਿੱਚ, ਤਾਂ ਉਸ ਦੀ ਵੀਡੀਓ ਦੇਖੀਆਂ, ਉਹਨਾਂ ਦੇ ਪਰਿਵਾਰ ਨੂੰ ਮਿਲੇ, ਤਾਂ ਮੈਨੂੰ ਵੀ ਲੱਗਾ ਵੀ ਮੇਰਾ ਵੀ ਕੁਛ ਬਣ ਸਕਦਾ ਜੀ, ਮੇਰੇ ਨਾਲ ਇੰਨਾ ਵੱਡਾ ਧੋਖਾ ਹੋਇਆ, ਫਰਾਡ ਹੋਇਆ, ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ। ਤਾਂ ਉੱਥੋਂ ਮੈਂ ਆ ਕੇ ਮਤਲਬ ਇੱਦਾਂ ਆਪਣੀ ਵੀ ਸਟੋਰੀ ਲਾਈ ਨਿਊਜ਼ ਪੇਪਰਾਂ ਦੇ ਵਿੱਚ, ਤਾਂ ਟੀਵੀ ਦੇ ਵਿੱਚ। ਤਾਂ ਸਰ ਅਸ਼ੋਕ ਅਰੋੜਾ ਜੀ ਜੋ ਮਤਲਬ ਲਵਪ੍ਰੀਤ ਲਾਡੀ ਦਾ ਜੋ ਕੇਸ ਲੜ ਰਹੇ ਨੇ, ਉਹਨਾਂ ਨੂੰ ਮਿਲਿਆ, ਆਪਣੇ ਡਾਕੂਮੈਂਟ ਦਿਖਾਏ, ਤਾਂ ਉਸ ਨੂੰ ਸੱਚ ਤੇ ਝੂਠ ਦਾ ਪਤਾ ਲੱਗਿਆ। ਤਾਂ ਉਹੀ ਮੇਰਾ ਕੇਸ ਮਤਲਬ ਹੈਂਡਲ ਕਰ ਰਹੇ ਨੇ ਸਾਰਾ ਜੀ। ਸੋ ਸਾਡੇ ਨਾਲ ਇਮੀਗ੍ਰੇਸ਼ਨ ਲਾ ਸਲਾਹਕਾਰ ਅਸ਼ੋਕ ਅਰੋੜਾ ਜੀ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਤੁਸੀਂ ਬੇਅੰਤ ਕੌਰ ਬਾਜਵਾ ਦੇ ਕੇਸ ਦੇ ਵਿੱਚ ਵੀ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਦੀ ਪੈਰਵਾਈ ਕਰ ਰਹੇ ਹੋ, ਕਾਫੀ ਜ਼ਿਆਦਾ ਮਤਲਬ ਰਿਜ਼ਲਟ ਵੀ ਵਧੀਆ ਸਾਹਮਣੇ ਆਏ ਨੇ। ਹਾਲਾਂਕਿ ਕੇਸ 'ਤੇ ਕੋਈ ਅਸਰ ਨਾ ਪਵੇ ਹਜੇ, ਉਹ ਸਾਰੀ ਗੱਲਬਾਤ ਡਿਸਕਲੋਜ਼ ਨਹੀਂ ਕਰਾਂਗੇ। ਅਤੇ ਸਰ, ਉਹ ਤੁਸੀਂ ਕੈਨੇਡਾ ਦੇ ਕੇਸ ਦੇਖਦੇ ਸੀ, ਆਸਟ੍ਰੇਲੀਆ ਦਾ ਹੁਣ ਮੈਟਰ ਸਾਹਮਣੇ ਆਇਆ, ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਤਲਬ ਕਰੋਗੇ ਕਾਰਵਾਈ ਇਹਨਾਂ ਦੇ ਕੇਸ ਦੇ ਵਿੱਚ? ਕੀ ਹੈਲਪ ਕੀਤੀ ਜਾਵੇਗੀ ਤੁਹਾਡੇ ਵੱਲੋਂ? ਦੇਖੋ, ਜਸਵਿੰਦਰ ਸਿੰਘ ਮਾਨ ਜੀ ਆ ਤੁਹਾਡੇ ਨਾਲ ਬੈਠੇ ਨੇ, ਜਿਨ੍ਹਾਂ ਤੁਸੀਂ ਇੰਟਰਵਿਊ ਲਿਆ, ਅਤੇ ਇਹ ਮੈਨੂੰ ਮਿਲੇ, ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਮੇਰੇ ਨਾਲ ਆਇਆ ਹੋਇਆ, ਇਹਨਾਂ ਨੇ ਆਪਣੀ ਸਟੋਰੀ ਦੱਸੀ ਮੈਨੂੰ। ਅਤੇ ਫਿਰ ਮੈਂ ਇਹਨਾਂ ਨੂੰ ਸਮਝਾਇਆ ਸੀ, ਮੈਂ ਜਿਹੜਾ ਕੈਨੇਡਾ 'ਚ ਇਮੀਗ੍ਰੇਸ਼ਨ ਐਡਵਾਈਜ਼ਰ ਹਾਂ, ਲਾਅ ਐਡਵਾਈਜ਼ਰ, ਅਤੇ ਇਹ ਕਹਿੰਦੇ ਜੀ ਸਾਨੂੰ ਤੁਹਾਡੀ ਹੈਲਪ ਚਾਹੀਦੀ ਹੈ। ਅਤੇ ਸਾਡੀ ਕਿਉਂਕਿ ਇਹਨਾਂ ਨੇ ਕਿਹਾ ਵੀ ਆਸਟ੍ਰੇਲੀਆ 'ਚ ਬਹੁਤ ਪੈਸੇ ਮੰਗਦੇ ਨੇ ਵਕੀਲ, ਹਜ਼ਾਰਾਂ ਡਾਲਰ 'ਚ ਮੰਗਦੇ ਨੇ, ਅਤੇ ਤੁਸੀਂ ਮੇਰੀ ਹੈਲਪ ਕਰ ਸਕਦੇ, ਕਿਉਂਕਿ ਇਹਨਾਂ ਦਾ ਪਹਿਲਾਂ ਹੀ ਇਹ ਕਹਿੰਦੇ 40 ਲੱਖ ਰੁਪਏ ਲੱਗ ਗਿਆ ਕਿ ਮੈਂ ਟੁੱਟ ਚੁੱਕਿਆ, ਮੈਂ ਫਾਈਨੈਂਸ਼ੀਅਲੀ ਬਹੁਤ ਟੁੱਟ ਚੁੱਕਿਆ। ਕਹਿ ਸਕਦੇ ਇੱਕ ਤਰ੍ਹਾਂ ਦੀ ਜ਼ਿੰਦਗੀ ਵੀ ਡਿਸਟਰਬ ਹੋ ਚੁੱਕੀ ਆ ਉਹਨਾਂ ਦੀ ਉਸ ਕੇਸ ਕਰਕੇ। ਹਾਂ, ਵਿਚਾਰੇ ਬਹੁਤ ਡਿਸਟਰਬ ਲੱਗੇ ਮੈਨੂੰ, ਬਹੁਤ ਕਾਫੀ ਹਮਦਰਦੀ ਹੋਈ ਮੈਨੂੰ। ਅਤੇ ਫਿਰ ਮੈਂ ਸਟੱਡੀ ਕੀਤੀ, ਮੈਂ ਕਿਹਾ ਦੇਖੋ ਮੈਂ ਤੁਹਾਨੂੰ ਗਾਈਡ ਕਰ ਦੂੰਗਾ, ਤੁਸੀਂ ਜਿਹੜੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਕੰਪਲੇਂਟ ਕਰ ਸਕਦੇ ਹੋ, ਮੈਂ ਪ੍ਰੋਪਰਲੀ ਤੁਹਾਨੂੰ ਪੇਪਰ ਬਣਾ ਦੂੰਗਾ ਸਾਰੇ। ਤੁਸੀਂ ਕਿਉਂਕਿ ਜਿਹੜੀ ਫਰਾਡ ਜਾਂ ਮਿਸ ਰਿਪ੍ਰੈਜ਼ੈਂਟੇਸ਼ਨ ਦੀ ਜਿਹੜੀ ਕੰਪਲੇਂਟ ਹੈ, ਕੋਈ ਵੀ ਬੰਦਾ ਪਾ ਸਕਦਾ ਕਿਸੇ ਵੀ ਕੰਟਰੀ 'ਚੋਂ, ਠੀਕ ਹੈ। ਤੁਸੀਂ ਆਪਣੀ ਜਿਹੜੀ ਆਈਡੈਂਟੀਟੀ ਆ ਹਾਈਡ ਵੀ ਰੱਖ ਸਕਦੇ ਹੋ, ਜਾਂ ਤੁਸੀਂ ਸ਼ੋਅ ਵੀ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਕਿਸੇ ਨੂੰ ਉਸੇ ਕੰਟਰੀ ਦਾ ਵਕੀਲ ਹੋਣਾ ਜ਼ਰੂਰੀ ਆ। ਹੁਣ ਮੇਰੇ ਕੋਲੋਂ ਨਿਊਜ਼ੀਲੈਂਡ ਦੇ ਕੇਸ ਨੇ, UK ਦੇ ਕੇਸ ਨੇ, ਕੈਨੇਡਾ ਦੇ ਚਲੋ ਹੈਗੇ ਨੇ, ਅਤੇ ਉਹਨਾਂ ਨੇ ਮੈਨੂੰ, ਲੋਕਾਂ ਨੇ ਬਹੁਤ ਜਿਹੜੇ ਦੁਖੀ ਆ ਜਨਤਾ, ਕੁੜੀਆਂ ਮੁੰਡਿਆਂ ਨੇ ਫਰਾਡ ਕੀਤੇ ਨੇ, ਬਾਹਰ ਜਾ ਕੇ ਮੁੱਕਰ ਕੇ ਘਪਲੇ ਕੀਤੇ ਨੇ, ਜਿਵੇਂ ਆਈਲੈਟਸ ਵਾਲੇ ਕੇਸ ਜਿਵੇਂ ਆਪਾਂ ਕਹਿੰਦੇ ਹਾਂ। ਤਾਂ ਮੈਂ ਇਸ ਕੇਸ ਸਟੱਡੀ ਕੀਤਾ ਇਹਨਾਂ ਦਾ, ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਮੈਂ ਇਹਨਾਂ ਦੇ ਕੇਸ ਪੇਪਰ ਸਾਰੇ ਡਾਕੂਮੈਂਟਸ ਜਿਹੜੇ ਚੈੱਕ ਕਰਕੇ ਮੈਂ ਗਲਤੀਆਂ ਕੱਢੀਆਂ ਕੇਸ ਦੇ ਵਿੱਚ ਵੀ। ਇਹਨਾਂ ਦੀ ਜਿਹੜੀ ਵਾਈਫ ਨੇ, ਜਿਹੜੀ ਕੀ ਨਾਮ ਦੱਸਿਆ, ਕੁਲਵਿੰਦਰ ਕੌਰ ਭੁੱਲਰ, ਉਹਨੇ ਮਿਸ ਰਿਪ੍ਰੈਜ਼ੈਂਟੇਸ਼ਨ ਕੀਤੀ ਆ ਆਸਟ੍ਰੇਲੀਅਨ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਅੱਗੇ। ਉਹ ਕਿਸ ਤਰ੍ਹਾਂ ਕੀਤੀ ਆ ਕਿ ਜਿਹੜੀ ਮੈਰਿਜ ਸੀਗੀ ਉਹ ਹੋਈ ਸੀ 3 ਜੁਲਾਈ 2013 ਨੂੰ। ਇਹਨਾਂ ਦੀ ਐਕਚੁਅਲ ਮੈਰਿਜ ਜੀਵਨ ਮੈਰਿਜ ਪੈਲੇਸ 'ਚ ਹੋਈ ਸੀ। ਇਹਨਾਂ ਦੇ ਪੇਪਰ ਚੈੱਕ ਕੀਤੇ ਨੇ, ਅਤੇ ਗੁਰਦੁਆਰਾ ਸਾਹਿਬ ਦੇ ਸਾਰੇ ਸਰਟੀਫਿਕੇਟ ਹੈਗੇ ਨੇ। ਅਤੇ ਉਹਨੇ ਜਿਹੜਾ ਜਦੋਂ ਆਸਟ੍ਰੇਲੀਆ ਦਾ ਸਟੱਡੀ ਪਰਮਿਟ ਲਗਾਇਆ, ਤਾਂ ਉਹਨੇ ਉੱਥੇ ਸਿੰਗਲ ਸ਼ੋਅ ਕੀਤਾ, ਮੈਰਿਡ ਨਹੀਂ ਸ਼ੋਅ ਕੀਤਾ। ਅਤੇ ਉਹ ਇੱਕ ਬਹੁਤ ਬੜੀ ਮਿਸ ਰਿਪ੍ਰੈਜ਼ੈਂਟੇਸ਼ਨ ਹੈ, ਅਤੇ ਇਹ ਫਰਾਡ ਆ ਇਮੀਗ੍ਰੇਸ਼ਨ। ਅਤੇ ਜਿਹੜੀ ਐਂਟਰੀ ਹੈ ਇਹ ਬਹੁਤ ਗਲਤ ਹੈ, ਜਿਹੜੀ ਐਰਰ ਹੋਈ ਹੈ ਵੀਜ਼ਾ ਆਫਿਸਰ ਕੋਲ ਉੱਥੇ, ਕਿਉਂਕਿ ਉਹਨੇ ਸਿੰਗਲ ਸ਼ੋਅ ਕੀਤਾ, ਆਪਣੇ ਆਪ ਨੂੰ ਮਿਸ ਰਿਪ੍ਰੈਜ਼ੈਂਟ ਕੀਤਾ ਉੱਥੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ। ਉਹਨੂੰ ਲਿਖਣਾ ਚਾਹੀਦਾ ਸੀ ਮੈਂ ਮੈਰਿਜ ਹਾਂ, ਮੇਰੀ ਮੈਰਿਜ ਹੋ ਚੁੱਕੀ ਹੈ। ਇਹਦਾ ਪਰਪਸ ਇਹ ਸੀਗਾ ਵੀ ਜੇ ਮੈਂ ਸਿੰਗਲ ਜਾਊਂਗੀ, ਇਹਨਾਂ ਨੂੰ ਇਹੀ ਦੱਸਿਆ ਗਿਆ, ਉਹਦੇ ਏਜੰਟ ਨੇ ਦੱਸਿਆ ਆਪ ਵੀ, ਉਹ ਸੋਚਦੀ ਸੀ ਜਿਵੇਂ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਜਸਵਿੰਦਰ ਸਿੰਘ ਮਾਨ ਜੀ ਨਾਲ, ਕਿ ਜੇ ਮੈਂ ਸਿੰਗਲ ਸ਼ੋਅ ਕਰੂੰਗੀ ਤਾਂ ਮੇਰੇ ਚਾਂਸ ਨੇ, ਮੇਰਾ ਵੀਜ਼ਾ ਲੱਗ ਸਕਦਾ ਹੈ। ਅਤੇ ਪਤਾ ਨਹੀਂ ਉਹਦੇ ਦਿਮਾਗ 'ਚ ਉਸ ਟਾਈਮ ਹੋਰ ਕੀ ਗੱਲਾਂ ਸੀਗੀਆਂ। ਅਤੇ ਉਹਨੇ ਆਪਣਾ ਐਜ਼ ਏ ਸਿੰਗਲ ਪਰਸਨ ਐਂਟਰੀ ਲਿੱਤੀ ਆਸਟ੍ਰੇਲੀਆ ਦੇ ਵਿੱਚ, ਅਤੇ ਬਾਅਦ 'ਚ ਆ ਕੇ ਮੈਰਿਜ ਕੀਤੀ, ਆਫੀਸ਼ੀਅਲ ਮੈਰਿਜ ਕਰਕੇ ਰਜਿਸਟਰਡ ਕਰਾਈ ਮੈਰਿਜ 26 ਜੂਨ 2014 ਨੂੰ, ਮਤਲਬ ਕਿ ਤਕਰੀਬਨ 1 ਸਾਲ ਬਾਅਦ ਰਜਿਸਟਰਡ ਹੋਈ ਆ, 11 ਕੁ ਮਹੀਨੇ ਬਾਅਦ। 3 ਜੁਲਾਈ ਨੂੰ ਵਿਆਹ ਹੋਇਆ, ਅਤੇ ਆਲਮੋਸਟ 1 ਸਾਲ ਹੋ ਗਿਆ। 1 ਸਾਲ ਬਾਅਦ ਰਜਿਸਟ੍ਰੇਸ਼ਨ ਕਰਵਾਈ ਹੈ ਮੈਰਿਜ ਦੀ, ਪੂਰੀ ਡੇਟ ਵੀ ਉਹ 'ਚ 26 ਜੂਨ 2014 ਲਿਖਾਈ ਹੈ। ਅਤੇ ਉਹ ਤੋਂ ਬਾਅਦ
ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਕਿ ਇਹ ਮੇਰਾ ਸਪਾਊਸ ਹੈ, ਐਜ਼ ਏ ਡਿਪੈਂਡੈਂਟ ਸਪਾਊਸ ਜਿਹੜਾ ਵੀਜ਼ਾ ਲੱਗਦਾ ਆਸਟ੍ਰੇਲੀਆ ਦਾ। ਤੇ ਇਹ ਸਾਰੀ ਬਰੀਕੀ ਨਾਲ ਮੈਂ ਜਾਂਚ ਕੀਤੀ, ਕਈ ਦਿਨ ਇਹਨਾਂ ਦੇ ਪੇਪਰ ਸੀ, ਉੱਥੋਂ ਫਿਰ ਮੈਂ ਗਲਤੀ, ਇਹਨਾਂ ਨੂੰ ਵੀ ਪਤਾ ਨਹੀਂ ਸੀ ਵਿਚਾਰਿਆਂ ਨੂੰ ਵੀ ਕੀ ਹੋ ਰਿਹਾ, ਕਿਉਂਕਿ ਇਹ ਤਾਂ ਦੇਖੋ ਪਿੰਡਾਂ 'ਚ ਰਹਿਣ ਵਾਲੇ ਖੇਤੀਬਾੜੀ ਵਾਲੇ ਬੰਦੇ ਨੇ, ਠੀਕ ਹੈ ਨਾ। ਮੈਂ ਫਿਰ ਜਦੋਂ ਜਾਂਚ ਕੀਤੀ ਫਿਰ ਮੈਨੂੰ ਤਾਂ ਪਤਾ ਚੱਲਿਆ ਵੀ ਇੱਥੇ ਗਲਤੀ ਕੀਤੀ ਹੋਈ ਆ ਉਹਨੇ ਕੁੜੀ ਨੇ। ਇੱਕ ਤਾਂ ਇਹਨਾਂ ਨੇ ਜਿਵੇਂ ਦੱਸਿਆ ਆਪਣੀ ਸਟੋਰੀ 'ਚ ਕਿ ਇਹਨਾਂ ਨੂੰ ਪ੍ਰੋਵੋਕ ਕੀਤਾ ਗਿਆ, ਉੱਥੇ ਉਕਸਾਇਆ ਗਿਆ, ਇਹਨਾਂ ਨੂੰ ਬੁਲਾ ਲਿਆ, ਪ੍ਰੀ ਪਲਾਨ ਪਹਿਲਾਂ ਸੀਗਾ ਕਿਉਂਕਿ ਉਹ ਕਿਸੇ ਬॉयਫ੍ਰੈਂਡ ਨਾਲ ਰਹਿੰਦੀ ਸੀ, ਤੇ ਚਾਹੇ ਉਹ ਡਿਵੋਰਸ ਹੋ ਗਿਆ, ਠੀਕ ਹੈ ਨਾ, ਤੇ ਉਹ ਵੀ ਵਨ ਸਾਈਡਡ ਕਹਿੰਦੇ ਡਿਵੋਰਸ ਹੋਇਆ ਉੱਥੇ ਆਸਟ੍ਰੇਲੀਆ 'ਚ। ਉੱਥੇ ਜਾ ਕੇ ਇਹਨਾਂ ਨੂੰ ਉਕਸਾਇਆ ਗਿਆ, ਜਾਣਬੁੱਝ ਕੇ ਹੱਸਣਾ, ਉਹ ਕਰਨਾ, ਮਿਲਣਾ ਗਿਲਣਾ, ਉਹ ਇੱਕੋ ਘਰ 'ਚ ਬੰਦੇ ਮੁੰਡੇ ਨਾਲ ਰਹਿ ਰਹੀ ਹੈ ਆਪਣੇ ਜੋ ਸੋ ਕਾਲਡ ਕਹਿੰਦੇ ਬॉयਫ੍ਰੈਂਡ ਹੈ। ਤੇ ਉੱਥੇ ਇਹਨਾਂ ਤੋਂ ਕਹਿੰਦੇ ਫਿਰ ਬਹਿਸ ਹੋ ਗਈ, ਲੜਾਈ ਝਗੜਾ ਹੋ ਗਿਆ, ਤੇ ਇਹਨਾਂ ਨੂੰ ਉਹ ਚੀਜ਼ਾਂ ਕਾਨੂੰਨਾਂ ਦਾ ਪਤਾ ਨਹੀਂ ਸੀਗਾ, ਤੇ ਉੱਥੇ ਇਹਨਾਂ ਨੂੰ ਫਿਰ ਉੱਥੋਂ ਡਿਪੋਰਟ ਕਰਵਾਤਾ ਉਹਨਾਂ ਨੇ, ਇਹਨਾਂ ਦੀ ਵਾਈਫ ਨੇ। ਤੇ ਉਸ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਹੋਰ ਮੈਰਿਜ ਕਰ ਲਈ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਤੇ ਉਹ ਜਿਹੜੇ ਪੇਪਰ ਜਿਹੜੇ ਨੇ ਮੈਂ ਪੜ੍ਹੇ, ਤੇ ਉਹਦੇ ਬੇਸ ਦੇ ਉੱਤੇ ਉਹ ਮਿਸਰੀਪ੍ਰੈਜ਼ੈਂਟੇਸ਼ਨ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ, ਇਹਨਾਂ ਨੂੰ ਪੇਪਰ ਬਣਾਤੇ ਸਾਰੇ ਕੁਛ, ਤੇ ਉੱਥੇ ਸਾਰੇ ਚਲੇ ਜਾਣੇ ਨੇ ਪੇਪਰ, ਜਿਹੜੇ ਬਾਏ ਜਿਹੜੀ ਅਸੀਂ ਪੇਪਰ ਮੇਲ ਪਾਣੀ ਹੈ, ਬਾਈ ਕੋਰੀਅਰ ਅਸੀਂ ਭੇਜਣੇ ਨੇ, ਤੇ ਹਿਡਨ ਜਿਹੜੀ ਅਸੀਂ ਰਿਪੋਰਟ ਕਰ ਚੁੱਕੇ ਹਾਂ। ਤੇ ਉਹਦੇ ਵਿੱਚ ਉਹ ਸਾਰੇ ਫੈਕਟਸ ਲਿਖੇ ਗਏ ਨੇ, ਐਫੀਡੇਵਿਟਸ ਨੇ ਸਾਰੇ, ਜਿਹੜੇ ਜਿਹੜੇ ਪ੍ਰੂਫ ਨੇ, ਠੀਕ ਹੈ। ਤੇ ਕਿਉਂਕਿ ਉਹਨੇ ਜਿਹੜੀ ਧੋਖਾਧੜੀ ਕੀਤੀ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ, ਕਿਉਂਕਿ ਮੈਂ ਦੇਖਿਆ ਜਿਹੜਾ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਬਹੁਤ ਸਖਤ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਵੀ ਕੈਨੇਡਾ ਨਾਲੋਂ ਵੀ ਜ਼ਿਆਦਾ ਸਖਤ ਹੈ। ਕਿਉਂਕਿ ਪਿਛਲੇ ਸਾਲ ਵੀ ਅਸੀਂ ਸਾਡੇ ਕੋਲ ਇੱਦਾਂ 2 ਕੇਸ ਆਏ ਸੀ ਮੇਰੇ ਕੋਲ, ਫਿਰ ਉਹਨਾਂ ਨੂੰ ਗਾਈਡ ਕੀਤਾ ਸੀ, ਉਹ ਫਿਰ ਕੁੜੀਆਂ ਜਿਹਨੇ ਡਿਪੋਰਟ ਹੋਈਆਂ ਨੇ ਉੱਥੋਂ ਆਸਟ੍ਰੇਲੀਆ ਤੋਂ, ਤੇ ਉਹ ਮੈਂ ਦੇਖਿਆ ਬਹੁਤ ਜਲਦੀ ਕੁਇਕ ਐਕਸ਼ਨ ਲੈਂਦੇ ਨੇ ਆਸਟ੍ਰੇਲੀਆ ਵਾਲੇ, ਇਸ ਮਾਮਲੇ 'ਚ ਬਹੁਤ ਜ਼ਿਆਦਾ ਸਖਤ ਨੇ। ਤਾਰੀਫ ਕਰਨੀ ਬਣਦੀ ਆ ਆਸਟ੍ਰੇਲੀਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਇਸ ਮੈਟਰ 'ਤੇ। ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਵੀ ਇਨਸਾਫ ਮਿਲੂਗਾ, ਕਿਉਂਕਿ ਜਿਹੜੀ ਚੀਜ਼ ਮੈਂ ਫੜੀ ਹੈ ਪੂਰੀ 100% ਜਿਹੜੀ ਸ਼ੋਰ ਮਿਸਰੀਪ੍ਰੈਜ਼ੈਂਟੇਸ਼ਨ ਹੈ, ਜਿਹੜੀ ਧੋਖਾਧੜੀ ਹੈ, ਫਰਾਡ ਹੈ, ਜਿਹੜੇ ਫਾਲਸ ਡਾਕੂਮੈਂਟਸ ਲਗਾਏ ਨੇ ਉਹਨੇ ਮੈਰਿਜ ਦੇ। ਮੈਰਿਜ ਜਿਹੜੀ 3 ਜੁਲਾਈ 2013 ਨੂੰ ਕੀਤੀ, ਤੇ ਸ਼ੋਅ ਕੀਤੀ 26 ਜੂਨ 2014 ਨੂੰ, ਬਾਅਦ 'ਚ ਆ ਕੇ ਮੈਰਿਜ ਕੀਤੀ ਕਿ ਹਾਂਜੀ ਮੈਂ ਮੈਰਿਜ ਕਰਨ ਜਾ ਰਹੀ ਹਾਂ, ਜਦ ਕਿ ਆਲਰੇਡੀ ਮੈਰਿਡ ਸੀ। ਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਆਪਣਾ ਸਟੱਡੀ ਪਰਮਿਟ ਲਿਆ ਕੁੜੀ ਨੇ, ਉਹ ਧੋਖਾਧੜੀ ਦੇ ਪੇਪਰ 'ਤੇ ਲਿਆ। ਸੋ ਸਰ ਨੇ ਦੱਸ ਹੀ ਦਿੱਤਾ ਜਿਹੜੀਆਂ ਗਲਤੀਆਂ ਕੀਤੀਆਂ ਨੇ। ਬੇਸ਼ੱਕ ਇੱਧਰਲੇ ਜਿਹੜੇ ਦਰਸ਼ਕ ਨੇ ਸੋਚਦੇ ਹੋਣਗੇ ਵੀ ਝੂਠ ਬੋਲਣਾ ਸ਼ਾਇਦ ਕਾਨੂੰਨ ਦੀ ਨਿਗਾਹ ਦੇ ਵਿੱਚ ਛੋਟੀ ਜਿਹੀ ਗੱਲ ਹੋਵੇ, ਪਰ ਜੋ ਆਸਟ੍ਰੇਲੀਆ ਜਾਂ ਕੈਨੇਡਾ ਦੀ ਗੌਰਮੈਂਟ ਆ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹਨਾਂ ਦੀ ਨਜ਼ਰ ਦੇ ਵਿੱਚ ਇਹ ਬਹੁਤ ਵੱਡਾ ਗੁਨਾਹ ਹੈਗਾ, ਤੇ ਉਹਦੀ ਸਜ਼ਾ ਵੀ ਮਿਲੂਗੀ। ਤੇ ਭਾਜੀ ਇੱਕ ਤੁਹਾਡੇ ਕੋਲ ਸਵਾਲ ਹੈ, ਜਿਵੇਂ ਤੁਸੀਂ ਦੱਸਿਆ ਵੀ ਪਹਿਲੀ ਵਾਰ ਜਦੋਂ ਤੁਸੀਂ ਆਪਣੀ ਵਾਈਫ ਨੂੰ ਕਿਸੇ ਗੈਰ ਮੁੰਡੇ ਦੇ ਨਾਲ ਇਤਰਾਜ਼ਯੋਗ ਹਾਲਤ ਕਹਿ ਸਕਦੇ ਹਾਂ ਜਾਂ ਇਤਰਾਜ਼ਯੋਗ ਰਿਸ਼ਤੇ ਦੇ ਵਿੱਚ ਦੇਖਿਆ, ਤਾਂ ਉਸਨੇ ਆਪਣੀ ਗਲਤੀ ਵੀ ਮੰਨੀ ਤੁਹਾਡੇ ਕੋਲ, ਹੈ ਨਾ ਜੀ? ਤੁਸੀਂ ਦੱਸਿਆ ਵੀ ਰੋ ਕੇ ਵੀ ਮੇਰੇ ਤੋਂ ਗਲਤੀ ਹੋ ਗਈ। ਇਹਨਾਂ ਕੋਲ ਪੇਪਰ ਨੇ, ਪੁਲਿਸ ਦੇ ਅੱਗੇ ਵੀ ਮੰਨੀ ਆ, ਬਿਆਨ ਨੇ ਪੂਰੇ, ਠੀਕ, ਅੱਛਾ ਜੀ। ਪੇਪਰ ਹੈਗੇ ਨੇ, ਰਿਪੋਰਟ ਹੈਗੀ ਹੈ ਪੁਲਿਸ ਦੀ ਇਹਨਾਂ ਕੋਲ। ਸੋ ਇਹਨਾਂ ਕੋਲ ਰਿਪੋਰਟ ਵੀ ਹੈ ਜੀ ਲਿਖਤੀ ਦੇ ਵਿੱਚ, ਪੁਲਿਸ ਦੇ ਸਾਹਮਣੇ ਵੀ ਆਪਣੀ ਗਲਤੀ ਮੰਨੀ ਆ, ਮੁੰਡਾ ਵੀ ਗਲਤੀ ਮੰਨਿਆ। ਕਿ ਉਸ ਤੋਂ ਬਾਅਦ ਤੁਸੀਂ ਆਪਣੀ ਵਾਈਫ ਨੂੰ ਕੋਈ ਇੱਦਾਂ ਨਹੀਂ ਕਿਹਾ ਵੀ ਆਪਾਂ ਸੈਪਰੇਟ ਕਿਤੇ ਹੋਰ ਰਹਿ ਲੈਂਦੇ ਹਾਂ ਜਿੱਥੇ ਉਹ ਮੁੰਡਾ ਨਾ ਰਹਿੰਦਾ ਹੋਵੇ? ਜੀ ਕਿਹਾ ਸੀਗਾ, ਬਟ ਉਸ ਟਾਈਮ ਤੇ ਜਦੋਂ ਹੱਸਣ ਲੱਗ ਗਏ ਜੀ, ਬਟ ਅਮਨ ਹੁਸੈਨ ਜਿਹੜਾ ਮੁੰਡਾ ਸੀ ਜਿਹਦੇ ਨਾਲ ਰਿਲੇਸ਼ਨ ਸੀਗੇ ਜੀ, ਉਹ ਹੱਸਣ ਲੱਗ ਗਿਆ। ਤਾਂ ਮੈਨੂੰ ਜਦੋਂ ਉਹਨੇ ਕਿਹਾ ਕਿ ਭਾਜੀ ਅਸੀਂ ਤਾਂ 1.5 ਸਾਲ ਤੋਂ ਇਦਾਂ ਤੁਹਾਨੂੰ ਪਾਗਲ ਬਣਾ ਰਹੇ ਹਾਂ, ਵੀ ਭੈਣ ਭਰਾ ਦਾ ਰਿਸ਼ਤਾ ਦਾ ਸਾਡਾ ਮਤਲਬ ਤੁਹਾਡੇ ਸਾਹਮਣੇ ਸੀਗਾ, ਮਤਲਬ ਪਰ ਸਾਡੇ ਹੈ ਤਾਂ ਸਰੀਰਕ ਸੰਬੰਧ ਨੇ। ਹੱਸਣ ਲੱਗ ਗਿਆ ਤਾਂ ਮੈਨੂੰ ਗੁੱਸਾ ਆਇਆ ਜੀ। ਤਾਂ ਗੁੱਸੇ ਵਿੱਚ ਆ, ਕਿਉਂਕਿ ਜਦੋਂ ਮਤਲਬ ਬਾਥਰੂਮ ਕਰਨ ਗਈ ਮੇਰੀ ਵਾਈਫ, ਤਾਂ ਮੈਂ ਵੀ ਉਸ ਟਾਈਮ 'ਤੇ ਬਾਥਰੂਮ ਕਰਕੇ ਜਦੋਂ ਵਾਪਸ ਆਇਆ ਤਾਂ 5-7 ਮਿੰਟ ਦਾ ਉਹਨਾਂ ਨੂੰ ਟਾਈਮ ਮਿਲ ਗਿਆ ਸੀਗਾ। ਹੋ ਸਕਦਾ ਉਹਨਾਂ ਦੀ ਪਲੈਨਿੰਗ ਪਹਿਲਾਂ ਸੀ, ਜਾਂ ਉਸ ਟਾਈਮ 'ਤੇ ਬਣਾ ਲਈ ਵੀ ਆਪਾਂ ਕੋਈ ਸੱਟ ਮਾਰ ਦਿੰਦੇ ਹਾਂ, ਮਾਰੂਗਾ ਆਪਣੇ, ਆਪਾਂ ਉਕਸਾ ਦਿੰਦੇ ਹਾਂ। ਤਾਂ ਉਸ ਟਾਈਮ 'ਤੇ ਜਦੋਂ 5-7 ਮਿੰਟ ਦਾ ਟਾਈਮ ਮਿਲ ਗਿਆ, ਪਹਿਲਾਂ ਵੀ ਹੋ ਸਕਦਾ ਪਲੈਨਿੰਗ ਹੋਵੇ ਉਹਨਾਂ ਦੀ ਮੈਨੂੰ ਫਸਾਉਣ ਦੀ। ਅਤੇ ਮੈਥੋਂ ਉਹ ਜਦੋਂ ਮਤਲਬ ਉਹ ਗਲਤੀ ਹੋ ਗਈ ਜੀ, ਗੁੱਸੇ ਵਿੱਚ ਆ ਕੇ ਉਹਦੇ ਸੱਟ ਲੱਗ ਗਈ ਮੁੰਡੇ ਦੇ, ਜਦੋਂ ਹੱਥੋਂ ਪਾਈ ਹੋਏ, ਕਿਉਂਕਿ ਉਹ ਇੱਕ ਡੰਡਾ ਰੱਖੀ ਬੈਠਾ ਸੀ ਆਪਣੇ ਕੋਲੇ ਸੋਫੇ ਦੇ ਨਾਲ। ਅੱਛਾ ਜੀ। ਜੇ ਮੈਂ ਨਹੀਂ ਮਾਰਦਾ ਸੀ, ਮੈਨੂੰ ਇਹ ਸੀਗਾ ਇਹ ਮੇਰੇ ਮਾਰੂਗਾ, ਕਿਉਂਕਿ ਉਹਨੇ ਉਹ ਡੰਡਾ ਚੱਕ ਲਿਆ ਸੀਗਾ ਜਦੋਂ ਮੈਂ ਉਹਦੇ ਵੱਲ ਨੂੰ ਜਾ ਰਿਹਾ ਸੀਗਾ। ਤਾਂ ਮੈਨੂੰ ਸੀ ਇਹ ਮੇਰੇ ਮਾਰੂਗਾ, ਤਾਂ ਮੈਂ, ਪਰ ਉਹ ਮਤਲਬ ਉਹਦੀ ਪਲੈਨਿੰਗ ਸੀਗੀ ਵੀ ਜਦੋਂ ਮੈਂ ਉਹਦੇ ਮਾਰ ਦਿੰਦਾ ਤਾਂ ਮੇਰੀ ਵਾਈਫ ਉਸੇ ਟਾਈਮ ਹੀ ਪੁਲਿਸ ਨੂੰ ਫੋਨ ਕਰਦੀ ਹੈ, ਤਾਂ ਮੈਨੂੰ ਅਰੈਸਟ ਕਰਵਾ ਦਿੰਦੇ ਨੇ। ਪੁਲਿਸ ਦੇ ਵਿੱਚ ਇਹ ਕਹਿੰਦੇ ਆ, ਮੇਰੀ ਵਾਈਫ ਕਹਿੰਦੀ ਹੈ ਕਿ ਕਿਉਂਕਿ ਇਮੀਗ੍ਰੇਸ਼ਨ ਮੈਨੂੰ ਵੀਜ਼ਾ ਵੀ ਦਿੰਦੇ ਸੀਗੇ, ਤਾਂ 10 ਮਹੀਨਿਆਂ ਬਾਅਦ ਜਦੋਂ ਮੈਂ 10 ਮਹੀਨੇ ਅੰਦਰ ਰਹਿਣਾ ਵੀਜ਼ਾ ਦਿੰਦੇ ਸੀਗੇ, ਤਾਂ ਉਸ ਟਾਈਮ ਮੇਰੀ ਵਾਈਫ ਨੇ ਬਿਆਨ ਦਿੱਤੇ, ਕੁਲਵਿੰਦਰ ਕੌਰ ਭੁੱਲਰ ਨੇ ਆਪਣੇ ਮੰਮੀ ਪਾਪਾ ਨਾਲ ਡਿਸਕਸ ਕੀਤੀ। ਤਾਂ ਉਸ ਤੋਂ ਬਾਅਦ ਉੱਥੇ ਬਿਆਨ ਦਿੱਤੇ ਵੀ ਮੈਂ ਨਹੀਂ ਰੱਖਣਾਗੇ, ਇਸ ਨੂੰ ਡਿਪੋਰਟ ਕਰ ਦਿਓ। ਤਾਂ ਮੈਨੂੰ ਫਿਰ 14 ਮਹੀਨਿਆਂ ਬਾਅਦ ਡਿਪੋਰਟ ਕਰਤਾ। 14 ਮਹੀਨੇ ਮੈਂ ਇਮੀਗ੍ਰੇਸ਼ਨ ਸੈਂਟਰ ਅਤੇ ਜੇਲ੍ਹ ਦੇ ਵਿੱਚ ਰਿਹਾ ਜੀ। ਉਸ ਤੋਂ ਬਾਅਦ ਫਿਰ ਕਿੱਦਾਂ ਦੀ ਲਾਈਫ ਰਹੀ? ਇੱਧਰ ਆਏ ਕੋਈ ਨਵੀਂ ਲਾਈਫ ਸ਼ੁਰੂ ਕੀਤੀ ਜਾਂ ਕਿਸ ਤਰ੍ਹਾਂ ਇਸੇ ਕੇਸ ਦੇ ਵਿੱਚ ਉਲਝ ਕੇ ਰਹਿ ਗਏ ਹੋ?
ਜੀ ਜਦ ਮੈਂ ਇੱਧਰ ਆਇਆ ਤਾਂ ਜੋ ਪੈਸਾ ਮੇਰਾ ਲੱਗਿਆ ਸੀਗਾ ਜੀ, ਆੜ੍ਹਤੀਏ ਤੋਂ ਫੜੇ ਸੀਗੇ, ਲੋਕਾਂ ਤੋਂ ਵਿਆਜ 'ਤੇ ਲਏ ਸੀਗੇ, ਫੀਸਾਂ ਭਰੀਆਂ ਸੀ, ਟੋਟਲੀ ਫੀਸਾਂ ਭਰ ਚੁੱਕੇ ਸੀਗੇ ਅਸੀਂ 2 ਸਾਲ 2.5 ਸਾਲਾਂ ਬਾਅਦ, 2.5 ਸਾਲ ਹੋ ਗਏ ਸੀ, ਪੂਰੀਆਂ ਫੀਸਾਂ ਭਰੀਆਂ ਗਈਆਂ ਸੀਗੀਆਂ। ਤਾਂ 40 ਲੱਖ ਦੇ ਕਰੀਬ ਉਸ ਟਾਈਮ ਹੋ ਗਿਆ ਸੀਗਾ ਜੀ। 2017 ਦੇ ਵਿੱਚ ਮੈਂ ਵਾਪਸ ਆਉਣਾ, 1 ਜੁਲਾਈ 2017 ਨੂੰ। ਤਾਂ 5 ਕਿੱਲੇ ਜ਼ਮੀਨ ਸੀ ਮੇਰੇ ਕੋਲੇ ਜੀ, ਅਸੀਂ 3 ਬ੍ਰਦਰ ਹਾਂ, 15 ਕਿੱਲੇ ਜ਼ਮੀਨ ਸੀ ਸਾਡੇ ਕੋਲੇ, ਮੇਰੇ ਦੂਜੇ ਬ੍ਰਦਰ ਕੋਲ ਤਾਂ ਹੈਗੀ ਆ। ਤਾਂ ਉਹ 5 ਕਿੱਲੇ ਮੇਰੇ ਹਿੱਸੇ ਦੇ ਵੇਚ ਕੇ ਅਸੀਂ ਉਹ ਕਰਜ਼ਾ ਲਾ ਦਿੱਤਾ ਸੀਗਾ, ਤਾਂ ਮੇਰੇ ਕੋਲੇ ਕੋਈ ਵੀ ਜ਼ਮੀਨ ਨਹੀਂ। ਤਾਂ ਫਿਰ ਮੈਂ ਲੋਕਲ ਇੱਥੇ ਆ ਕੇ ਤਾਂ 2 ਸਾਲ ਫਿਰ ਬਿਮਾਰ ਰਿਹਾ ਜੀ, ਬਹੁਤ ਜ਼ਿਆਦਾ। ਮੇਰੇ ਮੰਮਾ ਵੀ ਇਹ ਮੇਰੀ ਕਹਾਣੀ ਕਰਕੇ ਬਹੁਤ ਬਿਮਾਰ ਹੋਏ, ਅੱਜ ਵੀ ਬਿਮਾਰ ਨੇ, ਮੰਜੇ 'ਚ ਪਏ ਨੇ ਜੀ। 2 ਸਾਲ ਬਹੁਤ ਜ਼ਿਆਦਾ ਬਿਮਾਰ ਰਿਹਾ, ਪਤਾ ਨਹੀਂ ਲੱਗਦਾ ਸੀਗਾ ਜੀ ਇਹ ਕੀ ਹੋ ਗਿਆ। ਜੋ ਖੇਤ ਮੇਰਾ ਵਿਕਿਆ ਸੀ ਉੱਥੇ ਜਾ ਕੇ ਖੜ ਜਾਂਦਾ ਸੀਗਾ। ਅਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਦਵਾਈ ਲਈ ਤਾਂ ਸੈੱਟ ਹੋਇਆ। ਫਿਰ ਮੇਰੇ ਫਰੈਂਡਸ ਮੇਰੇ ਨਾਲ ਜੁੜੇ। ਫਿਰ ਲਾਡੀ ਵੀਰੇ ਦਾ ਕੇਸ ਜਦੋਂ ਮੈਂ ਵੇਖਿਆ ਤਾਂ ਫਿਰ ਮੈਨੂੰ ਲੱਗਿਆ ਕਿ ਮੇਰਾ ਕੁਝ ਬਣ ਸਕਦਾ। ਤਾਂ ਫਿਰ ਮੈਂ ਆਪਣਾ ਮਤਲਬ ਇਹਦਾ ਕੇਸ ਵਿੱਚ ਆਇਆ ਜੀ। ਜਿਵੇਂ ਤੁਸੀਂ ਦੱਸਿਆ ਕਿ ਜ਼ਮੀਨ ਵੀ ਇਸੇ ਕੇਸ ਕਰਕੇ, ਇਸ ਕੁੜੀ ਕਰਕੇ ਕਹਿ ਸਕਦੇ ਹਾਂ ਸਾਰੀ ਚਲੀ ਗਈ, ਠੀਕ ਹੈ ਜੀ। ਜ਼ਿੰਦਗੀ ਦੇ ਉਹ ਸਾਲ ਵੀ ਚਲੇ ਗਏ, ਪੈਸਾ ਵੀ ਚਲਿਆ ਗਿਆ, ਤੇ ਹੁਣ ਗੁਜ਼ਾਰਾ ਵਗੈਰਾ ਫਿਰ ਕਿਵੇਂ ਚੱਲਦਾ? ਜੀ ਮੈਂ ਲੋਕਲ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ, ਅਤੇ ਬਸ ਉਸੇ ਨਾਲ ਹੀ ਹੈ ਜੀ। ਜੋ ਵੀ ਪੈਸਾ ਉੱਥੋਂ ਮੈਨੂੰ ਮਿਲਦਾ, ਆਪਣੀ ਮੰਮਾ ਦਾ ਇਲਾਜ ਕਰਵਾਉਣਾ ਜਾਂ ਆਪਦਾ, ਬਸ। ਬਾਕੀ ਦਰਸ਼ਕ ਜਾਣਦੇ ਨੇ ਕਿਸ ਤਰ੍ਹਾਂ ਉਸ ਕੁੜੀ ਦੇ ਕਰਕੇ ਸਾਰੀ ਲਾਈਫ ਤੁਹਾਡੀ ਡਿਸਟਰਬ ਹੋ ਚੁੱਕੀ ਹੈ। ਕਦੇ ਫ੍ਰੀ ਟਾਈਮ ਸੋਚਦੇ ਹੋ ਜੇ ਉਹ ਨਾ ਮਿਲੀ ਹੁੰਦੀ ਜ਼ਿੰਦਗੀ ਦੇ ਵਿੱਚ, ਨਾ ਹੀ ਹੁੰਦੀ, ਤਾਂ ਅੱਜ ਜ਼ਿੰਦਗੀ ਦਾ ਰੁੱਖ ਕੁਝ ਹੋਰ ਹੁੰਦਾ? ਹਾਂਜੀ, ਇੱਦਾਂ ਹੋਣਾ ਸੀ ਕਿਉਂਕਿ 2006 ਦੇ ਵਿੱਚ ਮੈਂ ਦੁਬਈ ਗਿਆ ਸੀ। 4 ਸਾਲ ਮੈਂ ਦੁਬਈ ਰਿਹਾ, ਇਕੱਲਾ ਸੀ, ਸਿੰਗਲ ਸੀਗਾ ਜੀ। ਤਾਂ ਬਹੁਤ ਵਧੀਆ ਉੱਥੇ 4 ਸਾਲ ਰਿਹਾ ਜੀ। ਕੋਈ ਮੈਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਜੀ। ਉੱਥੋਂ ਵੀ ਜੋ ਪੈਸਾ ਕਮਾਇਆ ਸੀਗਾ ਜੀ, ਉਹ ਵੀ ਮੈਂ ਇਸੇ 'ਤੇ ਲਾਤਾ ਸੀਗਾ ਜੀ। ਇਹਦੀਆਂ ਫੀਸਾਂ ਭਰੀਆਂ ਇੱਥੋਂ। ਇਹ ਜਦੋਂ ਪਹਿਲੀ ਵਾਰ ਫਾਈਲ ਲਾਈ ਮੇਰੀ ਵਾਈਫ ਦੀ ਜੀ, ਇਹਦੇ ਮੈਡੀਕਲ ਦੇ ਵਿੱਚ ਵਾਈਟ ਸਕੋਪ ਆ ਗਏ ਸੀਗੇ। ਇਹਦੇ ਪਿੱਛੇ ਸਟੇਸ਼ਨਾਂ 'ਤੇ ਰਾਤਾਂ ਵੀ ਕੱਟੀਆਂ ਜੀ। ਮਹੀਨਾ ਚੰਡੀਗੜ੍ਹ, ਕਿਤੇ ਜਲੰਧਰ ਰਹਿਣਾ ਪੈਂਦਾ ਸੀਗਾ, ਤਾਂ ਮੈਂ ਇਹਦੇ ਨਾਲ ਜਾਂਦਾ ਸੀਗਾ। ਬਟ ਫਿਰ ਵੀ ਇਹਨੇ ਮੇਰੇ ਨਾਲ ਐਡਾ ਵੱਡਾ ਫਰਾਡ ਕੀਤਾ ਜੀ, ਧੋਖਾ ਕੀਤਾ। ਹਾਂਜੀ। ਕੀ ਆਰਗੇਨਾਈਜ਼ਡ ਕੰਟਰੈਕਟ ਮੈਰਿਜ ਕਹਿੰਦੇ ਆ ਜਿਹੜੀ ਆ। ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਆਸਟ੍ਰੇਲੀਅਨ ਮਾਈਗ੍ਰੇਸ਼ਨ ਐਕਟ ਹੈ, ਉਹਦੇ ਅੰਡਰ ਇਹ ਆਰਗੇਨਾਈਜ਼ਡ ਕੰਟਰੈਕਟ ਮੈਰਿਜ ਬੋਲਦੇ ਆ ਇਹਨੂੰ, ਜਿਹਨੂੰ ਆਪਾਂ ਕੈਨੇਡਾ 'ਚ ਕਹਿੰਦੇ ਮੈਰਿਜ ਆਫ ਕਨਵੀਨੀਅੰਸ। ਅਤੇ ਉਹਦੇ ਇੱਕ ਮੈਰਿਜ ਸਕੈਮ ਹੋਇਆ, ਜਿਵੇਂ ਪਲੈਨਡ ਸੀਗਾ ਪੂਰਾ, ਵੀ ਮੈਂ ਪਹਿਲਾਂ ਚਾਹੂੰਗੀ ਫਿਰ ਇਹਨਾਂ ਨੂੰ ਬੁਲਾ ਲੂੰਗੀ, ਅਤੇ ਬੁਲਾ ਤਾਂ ਲਿਆ ਇਹਨਾਂ ਨੂੰ ਜਾ ਕੇ, ਉੱਥੇ ਜਾ ਕੇ ਪੂਰਾ ਪਲਾਨ ਬਣ ਗਿਆ ਕੱਢਣ ਦਾ, ਜੋ ਇਹਨਾਂ ਨੇ ਸਟੋਰੀ ਦੱਸੀ ਹੈ, ਜੋ ਮੈਂ ਡਾਕੂਮੈਂਟਸ ਦੇਖੇ ਨੇ। ਅਤੇ ਚਲੋ ਉਹ ਤਾਂ ਹੋ ਗਿਆ, ਪਰ ਇਹ ਆ ਗਏ ਚਲੋ ਇੰਡੀਆ। ਪਰ ਉਹ ਜਿਹੜੀ ਕੁੜੀ ਆ ਉਹਨੇ ਧੋਖਾਧੜੀ ਕੀਤੀ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਜਿਹੜੀ ਹੈ ਐਕਟ ਦੇ ਅੰਡਰ। ਉਹ 'ਤੇ ਐਕਸ਼ਨ ਹੋਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ, ਕਿ ਉਹਦੇ ਵੀ ਡੈਪੂਟੇਸ਼ਨ ਦੇ ਆਰਡਰ ਨਿਕਲਣੇ ਚਾਹੀਦੇ ਨੇ। ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਇਹਨਾਂ ਦੀ ਜਿਹੜੀ ਸਟੋਰੀ ਜਾਂ ਸਾਰੇ ਪੇਪਰ ਇਹਨਾਂ ਨੇ ਲਾ ਕੇ ਮੈਂ ਸਮਝਾਇਆ ਇਹਨਾਂ ਨੂੰ, ਅੱਗੇ ਭੇਜੇ ਨੇ, ਤਾਂ ਉਹ ਪੂਰੀ ਇਨਵੈਸਟੀਗੇਸ਼ਨ ਕਰਕੇ ਉਹ 'ਤੇ ਕਾਰਵਾਈ ਹੋਊਗੀ। ਇਸ ਵੀਰ ਨੂੰ, ਜਸਵਿੰਦਰ ਸਿੰਘ ਮਾਨ ਜੀ ਨੂੰ, ਬਹੁਤ ਜਿਹੜਾ ਇਨਸਾਫ ਮਿਲੂਗਾ। ਮੈਨੂੰ ਹੋਰ ਵੀ ਬਹੁਤ ਕੇਸ ਨੇ ਇਹ ਜਿਹੇ ਜਿਹੜੇ ਮੈਂ ਸਟੱਡੀ ਕਰ ਰਿਹਾ, ਮੈਂ ਲੋਕਾਂ ਦੀ ਕੋਸ਼ਿਸ਼ ਕਰ ਰਿਹਾ ਵੀ ਹੈਲਪ ਕਰਾਂ, ਵੀ ਇਹਨਾਂ ਨੂੰ ਇਨਸਾਫ ਮਿਲੇ। ਲਵਪ੍ਰੀਤ ਜਿਹੜਾ ਲਾਡੀ ਦਾ ਕੇਸ ਆ, ਉਹ ਕੇਸ 'ਤੇ ਆਉਣ ਤੋਂ ਬਾਅਦ ਇੱਦਾਂ ਇੰਨੇ ਕੇਸ ਜ਼ਿਆਦਾ ਨਿਕਲੇ ਦੇ, 100 ਤੋਂ ਜ਼ਿਆਦਾ ਕੇਸ ਮੇਰੇ ਕੋਲੋਂ ਕੰਟੈਕਟ ਕੀਤਾ ਲੋਕਾਂ ਨੇ। ਮੈਂ ਐਕੂਰੇਟ ਨੰਬਰ ਤਾਂ ਨਹੀਂ ਦੱਸ ਸਕਦਾ, ਹੁਣ ਯਾਦ ਨਹੀਂ ਮੈਨੂੰ, ਵੀ ਸਾਡੇ ਨਾਲ ਧੋਖਾਧੜੀਆਂ ਹੋਈਆਂ। ਐ ਨਹੀਂ ਕਿ ਸਾਰੇ ਕੁੜੀਆਂ ਨੇ ਕੀਤੀਆਂ, ਕੁਛ ਮੁੰਡੇ ਵੀ ਨੇ, ਉਹਨਾਂ ਨੇ ਵੀ ਧੋਖਾਧੜੀਆਂ ਕੀਤੀਆਂ ਨੇ। ਉੱਥੇ ਜਾ ਕੇ, ਬਾਹਰ ਜਾ ਕੇ, ਜਿਵੇਂ ਉੱਥੇ ਦੇ ਸਿਟੀਜ਼ਨ ਸੀਗੇ, ਉਹਨਾਂ ਨੇ ਕੁੜੀਆਂ ਨੂੰ ਬੁਲਾਇਆ ਇੱਥੋਂ, ਸੌਰੀ ਮੁੰਡਿਆਂ ਨੂੰ, ਮੁੰਡਿਆਂ ਨੇ ਉੱਥੋਂ ਕੁੜੀਆਂ ਨਾਲ ਇੱਥੇ ਮੈਰਿਜ ਕਰਕੇ ਚਲੇ ਗਏ। ਇੱਕ ਮੇਰੇ ਕੋਲ ਹੋਰ ਕੇਸ ਆ, ਮੁਕਤਸਰ ਸਾਹਿਬ ਦਾ ਕੁੜੀ ਆ ਵਿਚਾਰੀ, ਉਹਦੀ ਇੱਕ 12 ਸਾਲ ਦੀ ਕੁੜੀ ਆ, ਉਹ ਮੈਰਿਜ ਕਰਕੇ ਮੁੰਡਾ ਚਲਾ ਗਿਆ ਉੱਥੇ, ਅਤੇ ਕੁੜੀ ਜੰਮ ਲਈ 1 ਸਾਲ ਬਾਅਦ ਚਲਾ ਗਿਆ। ਮੁੜ ਕੇ ਹੁਣ ਨਾ ਤਾਂ ਕੁੜੀ ਨੂੰ ਬੁਲਾਉਂਦਾ, ਉਹਦੀ ਕੁੜੀ ਵੀ 12 ਸਾਲ ਦੀ ਹੋ ਗਈ, ਨਾ ਉਹਨੂੰ ਲੈ ਕੇ ਜਾਂਦਾ। ਉਹ ਡਾਈਵੋਰਸ ਦੇ ਪੇਪਰ ਕਹਿੰਦਾ ਮੈਨੂੰ ਲਿਖ ਕੇ ਦੇ, ਜ਼ਬਰਦਸਤੀ ਉਹਨੂੰ ਕਹਿੰਦਾ ਮੈਨੂੰ ਡਿਵੋਰਸ ਲਿਖ ਕੇ ਦੇ, ਵੀ ਮੈਂ ਉੱਥੇ ਹੋਰ ਮੈਰਿਜ ਕਰਾਉਣੀ ਆ। ਉਹ ਕਹਿੰਦੀ ਤੂੰ ਹੋਰ ਮੈਰਿਜ ਕਰਾਉਣੀ, ਮੇਰੀ ਜ਼ਿੰਦਗੀ ਖਰਾਬ ਕਰਤੀ ਤੂੰ, ਮੇਰੇ ਕੁੜੀ ਜੰਮਤੀ, ਇੱਥੇ ਮੈਂ ਕੁੜੀ ਨੂੰ ਪਾਲ ਰਹੀ ਹਾਂ। ਇਸਦਾਂ ਦੇ ਹੋਰ ਵੀ ਮਤਲਬ ਕਿ ਐਗਜ਼ਾਮਪਲਾਂ ਬਹੁਤ ਨੇ ਕਿ ਦੁਨੀਆ ਬਹੁਤ ਦੁਖੀ ਹੈ। ਇੱਦਾਂ ਦੇ ਧੋਖਾਧੜੀਆਂ ਤੋਂ ਬਚੋ, ਠੀਕ ਹੈ। ਅਤੇ ਚਲੋ ਹੁਣ ਨਹੀਂ ਪਤਾ ਹੁੰਦਾ, ਆਪਾਂ ਰਹਿੰਦੇ ਹਾਂ ਪਿੰਡਾਂ 'ਚ, ਰਹਿੰਦੇ ਹਾਂ ਛੋਟੇ ਸ਼ਹਿਰਾਂ 'ਚ ਰਹਿੰਦੇ, ਨਹੀਂ ਪਤਾ ਚੱਲਦਾ ਆਪਾਂ ਨੂੰ, ਧੋਖਾਧੜੀ ਹੋ ਜਾਂਦੀ ਹੈ। ਜੇ ਪਤਾ ਹੋਵੇ ਤਾਂ ਫਿਰ ਧੋਖਾਧੜੀ ਹੋਵੇ ਕਿਉਂ? ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਬਾਹਰ ਜਿਹੜੀ ਤਸਵੀਰ ਜਿਹੜੀ ਆ ਬਦਲ ਜਾਂਦੀ ਆ। ਅਤੇ ਮੇਰੀ ਜਿਹੜੀ ਕੋਸ਼ਿਸ਼ ਇਹ ਆ ਵੀ ਇਸ ਵੀਰ ਨੂੰ ਇਨਸਾਫ ਮਿਲੇ। ਆਸਟ੍ਰੇਲੀਅਨ ਡਿਪਾਰਟਮੈਂਟ ਨੂੰ ਜੋ ਮੈਂ ਗਾਈਡ ਕਰਤਾ ਇਹਨਾਂ ਨੂੰ, ਠੀਕ ਆ। ਮੈਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਲਾਅ ਐਡਵਾਈਜ਼ਰ ਤਾਂ ਨਹੀਂ ਹੈਗਾ, ਪਰ ਮੈਂ ਕੋਈ ਵੀ ਬੰਦਾ
ਮੈਨੂੰ ਛੱਡ ਕੇ ਚਾਹੇ ਜ਼ਰੂਰੀ ਨਹੀਂ ਕਿਸੇ ਨੂੰ ਲਾਅ ਐਡਵਾਈਜ਼ਰ ਹੋਣਾ ਜ਼ਰੂਰੀ ਹੈ, ਕਿਸੇ ਵੀ ਕੰਟਰੀ 'ਚ ਕਿਸੇ ਵੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕੋਈ ਵੀ ਕੰਪਲੇਂਟ ਕਰ ਸਕਦਾ, ਈਮੇਲ ਕਰ ਸਕਦਾ। ਉਹਨਾਂ ਦੀ ਵੈਬਸਾਈਟ ਬਣੀ ਹੋਈ ਹੈ, ਈਮੇਲ ਆਈਡੀ ਬਣੀ ਹੋਈ ਹੈ। ਤੁਸੀਂ ਜਿਹੜੀ ਮੈਰਿਜ ਫਰਾਡ ਹੈ, ਇਹ ਮੈਰਿਜ ਫਰਾਡ ਦਾ ਕੇਸ ਹੈ ਇਹਨਾਂ ਦਾ, ਜਾਂ ਕੋਈ ਹੋਰ ਡਾਕੂਮੈਂਟੇਸ਼ਨ ਫਰਾਡ ਹੈ, ਤੁਸੀਂ ਕੋਈ ਵੀ ਬੰਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਲਿਖ ਸਕਦਾ। ਉਹਦੇ ਲਈ ਕੋਈ ਤੁਹਾਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ, ਜਾਂ ਤੁਹਾਨੂੰ ਕਿਸੇ ਵੀ ਜਿਹੜੇ ਦੇਸ਼ ਦਾ ਮਤਲਬ ਕਿ ਰਹਿਣਾ ਜ਼ਰੂਰੀ ਨਹੀਂ ਹੈਗਾ, ਵਾਸੀ ਨਹੀਂ ਹੋਣਾ ਚਾਹੀਦਾ। ਤੁਸੀਂ ਬਾਹਰੋਂ ਕਿਤੋਂ ਵੀ ਜਿਹੜੀ ਜੇ ਤੁਹਾਡੇ ਕੋਲ ਡਾਕੂਮੈਂਟਸ ਨੇ, ਸਟਰੋਂਗ ਪ੍ਰੂਫ ਨੇ, ਤੁਸੀਂ ਲਾ ਸਕਦੇ ਹੋ, ਕਿਸੇ ਦੀ ਸ਼ਿਕਾਇਤ ਕਰ ਸਕਦੇ ਹੋ, ਠੀਕ ਹੈ। ਅਤੇ ਜੇ ਹੋਰ ਵੀ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ, ਜੇ ਕਿਸੇ ਨਾਲ ਧੋਖਾਧੜੀ ਹੋਈ ਹੈ, ਚਾਹੇ ਆਸਟ੍ਰੇਲੀਆ ਤੋਂ ਹੈ, ਨਿਊਜ਼ੀਲੈਂਡ ਤੋਂ ਹੈ, UK ਤੋਂ ਹੈ, USA ਤੋਂ ਹੈ, ਕੈਨੇਡਾ 'ਚੋਂ ਹੈ, ਕਿਸੇ ਨਾਲ ਵੀ ਧੋਖਾਧੜੀ ਹੋਈ ਹੈ ਤਾਂ ਮੇਰਾ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਇਹਨਾਂ ਦੀ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਮੈਂ ਤੁਹਾਡੀ ਕੋਸ਼ਿਸ਼ ਕਰੂੰਗਾ ਪੂਰੀ ਹੈਲਪ ਕਰਾਂ, ਤੁਹਾਨੂੰ ਇਨਸਾਫ ਦਵਾਇਆ, ਚਾਹੇ ਕੁੜੀਆਂ ਨੇ ਚਾਹੇ ਮੁੰਡਿਆਂ ਨੇ, ਜਿਨ੍ਹਾਂ ਨੇ ਵੀ ਧੋਖੇ ਕੀਤੇ ਨੇ। ਅਤੇ ਇਹਨਾਂ ਨੂੰ ਬੜੀ ਹੋਪ ਆ ਮੇਰੇ ਤੋਂ, ਮੈਂ ਇਹਨਾਂ ਨੂੰ ਸਮਝਾਇਆ ਸਾਰਾ, ਜਿਹੜੇ ਪੁਆਇੰਟਸ ਮੈਂ ਫੜੇ ਨੇ। ਉਹ ਕੁੜੀ ਨੂੰ ਪਤਾ ਹੀ ਨਹੀਂ ਹੋਣਾ, ਵੀ ਕੁੜੀ ਨੂੰ ਤਾਂ ਸ਼ਾਇਦ ਪਤਾ ਹੋਣਾ ਉਹਨੂੰ ਵੀ ਮੈਂ ਧੋਖਾਧੜੀ ਕੀਤਾ, ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਕਿਸੇ ਨੇ ਫੜ ਵੀ ਲੈਣੇ ਨੇ ਮੇਰੇ ਪੁਆਇੰਟ। ਇਹ ਇੱਕ ਬਹੁਤ ਬੜਾ ਧੋਖਾ ਹੈ ਜਿਹੜਾ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਬੇਵਕੂਫ ਬਣਾਉਣਾ। ਇਹਨੂੰ ਬਹੁਤ ਵੱਡਾ ਕ੍ਰਾਈਮ ਮੰਨਿਆ ਜਾਂਦਾ। ਬਾਹਰਲੀਆਂ ਕੰਟਰੀਆਂ 'ਚ ਵੀ ਤੁਸੀਂ ਆਪਣਾ ਧੋਖਾਧੜੀ ਵਾਲੇ ਕਾਗਜ਼ ਝੂਠ ਬੋਲ ਕੇ ਐਂਟਰੀ ਲੈਂਦੇ ਹੋ। ਜਿਹੜਾ ਸਟੱਡੀ ਪਰਮਿਟ ਜਿਵੇਂ ਦੱਸਿਆ ਪਹਿਲਾਂ ਵੀ ਉਹਦਾ ਧੋਖਾਧੜੀ ਨਾਲ ਐਂਟਰੀ ਲੈ ਕੇ ਹੋਇਆ, ਸਿੰਗਲ ਲਿਖਿਆ ਜਦ ਕਿ ਉਹ ਮੈਰਿਡ ਸੀਗੀ। ਇਹ ਬਹੁਤ ਵੱਡਾ ਫਰਾਡ ਹੈ ਅਤੇ ਉਹਦਾ ਡੈਪੋਟੇਸ਼ਨ ਬਣਨਾ ਹੀ ਬਣਨਾ ਦੇਰ ਸਵੇਰ। ਸੋ ਸਰ, ਤੁਸੀਂ ਸਾਰੀ ਜਾਣਕਾਰੀ ਦਿੱਤੀ, ਪਰ ਉੱਥੇ ਹੀ ਆਪਾਂ ਸਰਕਾਰਾਂ ਦਾ ਫੇਲੀਅਰ ਕਹਿ ਲਈਏ, ਸਿਸਟਮ ਫੇਲੀਅਰ ਕਹਿ ਲਈਏ, ਕਿ ਇੱਕ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਇੰਨੇ ਵੱਡੇ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ। ਉਹਨਾਂ ਨੌਜਵਾਨਾਂ ਨੂੰ ਕੀ ਮਤਲਬ ਕੁਝ ਟਿਪਸ ਵਗੈਰਾ, ਕੁਝ ਸਲਾਹ ਦੇਣੀ ਚਾਹੋਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸਿਸਟਮ ਨਾਲ ਮੈਰਿਜ ਕਰਵਾ ਕੇ ਜਾਂ ਬਾਹਰ ਜਾਣ ਦੀ ਤਿਆਰੀ ਦੇ ਵਿੱਚ ਨੇ ਜਾਂ ਕੁਝ ਕਰ ਰਹੇ ਨੇ, ਕਿ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਇਹ ਵੀ ਇਸ ਵੇਲੇ ਜੀ ਦੱਸਣਾ, ਗਾਈਡ ਕਰਨਾ। ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਜਿਵੇਂ ਲਵਪ੍ਰੀਤ ਲਾਡੀ ਸੀਗਾ ਕੇਸ, ਠੀਕ ਹੈ। ਇਹ ਫੀਸ ਇਹਨਾਂ ਨੇ ਭਰੀ ਸੀ ਸਾਰੀ ਕਾਲਜ ਦੀ, ਠੀਕ ਹੈ। ਇਹਨਾਂ ਕੋਲੋਂ ਜਿਹੜੀ ਬੈਂਕ ਦੀ ਸਟੇਟਮੈਂਟ ਸੀਗੀ। ਹੁਣ ਜਸਵਿੰਦਰ ਸਿੰਘ ਮਾਨ ਜੀ ਬੈਠੇ, ਇਹਨਾਂ ਦੀ ਵੀ ਫੀਸ ਇਹਨਾਂ ਨੇ, ਜਿਹੜੀ ਕੁੜੀ ਸੀ ਕੁਲਵਿੰਦਰ ਕੌਰ ਭੁੱਲਰ ਦੀ ਐਕਸ ਵਾਈਫ, ਉਹਦੀ ਫੀਸ ਵੀ ਇਹਨਾਂ ਨੇ ਭਰੀ ਬੈਂਕ ਦੇ ਥਰੂ। ਐਂਟਰੀਆਂ ਮੈਂ ਸਾਰੀਆਂ ਐਂਟਰੀਆਂ ਚੈੱਕ ਕੀਤੀਆਂ, ਬੈਂਕ ਸਟੇਟਮੈਂਟ ਮੰਗਾਈ ਇਹਨਾਂ ਤੋਂ ਮੈਂ, ਅਤੇ ਉਹਦੇ 'ਚ ਸਾਰੀਆਂ ਐਂਟਰੀਆਂ ਸ਼ੋਅ ਹੋ ਰਹੀਆਂ ਨੇ ਕਿ ਉਹ ਜਿਹੜੀ ਫੀਸ ਵਿਆਹ ਤੋਂ ਪਹਿਲਾਂ, ਉਹ ਇੱਕ ਮੈਰਿਜ ਫਰਾਡ ਮੰਨਿਆ ਜਾਂਦਾ। ਜਿਹੜੀ ਬਾਹਰਲੀਆਂ ਕੰਟਰੀਆਂ 'ਚ ਇਹ ਬਹੁਤ ਬੜਾ ਕ੍ਰਾਈਮ ਹੈ, ਮੈਰਿਜ ਫਰਾਡ ਕਰਨਾ। ਵੀ ਆਪਾਂ ਐਂਟਰੀ ਲੈਣੀ ਸਿਰਫ ਵੀਜ਼ਾ ਲੈਣ ਲਈ, ਇਮੀਗ੍ਰੇਸ਼ਨ ਗੇਨ ਕਰਨ ਲਈ ਆਪਾਂ ਵਿਆਹ ਕਰਾਉਣਾ। ਇਹ ਮੈਰਿਜ ਆਫ ਕਨਵੀਨੀਅੰਸ ਦੇ ਕੇਸ ਨੇ। ਜੇ ਹੁਣ ਮੁੰਡੇ ਕੁੜੀਆਂ ਕੋਈ ਵਿਆਹ ਕਰਾਉਂਦੇ ਨੇ ਤਾਂ ਤੁਸੀਂ ਅੱਛੇ ਰਿਲੇਸ਼ਨ ਰੱਖੋ। ਪਹਿਲੀ ਗੱਲ ਤਾਂ ਮੈਂ ਕਹੂੰਗਾ ਵੀ ਕਿ ਤੁਸੀਂ ਆਪਣੇ ਪ੍ਰੂਫ ਰੱਖੋ ਪੂਰੇ, ਐਫੀਡੇਵਿਟ ਲਓ, ਬਲੈਂਕ ਚੈੱਕ ਲੈ ਲਓ, ਅਤੇ ਤੁਸੀਂ ਉਹਦੇ ਕੈਸ਼ ਨਾ ਦਿਓ। ਕੋਈ ਵੀ ਤੁਸੀਂ ਫੀਸ ਜਮ੍ਹਾਂ ਕਰਾਉਂਦੇ ਹੋ, ਕੈਸ਼ ਨਾ ਦਿਓ, ਤੁਸੀਂ ਬੈਂਕ ਦੇ ਥਰੂ ਐਂਟਰੀ ਕਰੋ ਤਾਂ ਕਿ ਤੁਹਾਡੇ ਕੋਲ ਪ੍ਰੂਫ ਹੋਵੇ, ਠੀਕ ਹੈ। ਅਤੇ ਜਿਹੜੀ ਫਾਈਲ ਹੈ, ਤੁਸੀਂ ਕੁੜੀ ਜਾਂ ਮੁੰਡੇ ਦੀ ਜਿਹੜਾ ਵੀ ਜਾਂਦਾ ਬਾਹਰ, ਆਪਣੇ ਕੋਲ ਰੱਖੋ। ਵੀਜ਼ਾ ਸਟਿੱਕਰ, ਵੀਜ਼ਾ ਜਿਹੜਾ ਲੈਟਰ ਹੈ, ਜੋ ਵੀ ਕੁਛ ਹੈ, ਸਾਰੀ ਜਿਹੜੀ ਸਟੱਡੀ ਪਰਮਿਟ ਦੀ ਫਾਈਲ ਹੈ, ਕੋਈ ਵੀ ਫਾਈਲ ਹੈ ਤੁਹਾਡੇ ਕੋਲ ਹੋਣੀ ਚਾਹੀਦੀ। ਹੁਣ ਕਈ ਮੇਰੇ ਕੋਲ ਕੇਸ ਆਏ ਨੇ ਕਿ ਉਹਨਾਂ ਕੋਲੋਂ ਕੁੜੀਆਂ ਗਈਆਂ ਨੇ, ਉਹਨਾਂ ਦਾ ਵੀਜ਼ਾ ਨੰਬਰ ਹੀ ਨਹੀਂ ਪਤਾ, ਵੀਜ਼ਾ ਕਦੋਂ ਗਿਆ, ਕੀ ਕਿ ਸਾਨੂੰ ਕਹਿੰਦੇ ਬਸ ਚਲੇ ਗਈ, ਸਾਡੇ ਕੋਲ ਪਾਸਪੋਰਟ ਦੀ ਤੱਕ ਦੀ ਕਾਪੀ ਵੀ ਨਹੀਂ ਹੈਗੀ। ਅਤੇ ਉਹਦੇ 'ਚ ਸਾਨੂੰ ਜਿਹੜਾ ਫਾਈਟ ਕਰਨਾ ਔਖਾ ਹੋ ਜਾਂਦਾ, ਉਹਦੀ ਆਈਡੈਂਟੀਟੀ ਕੱਢਣਾ, ਬਾਹਰਲੇ ਮੁਲਕ 'ਚ ਜਾ ਕੇ ਵੀ ਪਤਾ ਕਰਨਾ ਵੀ ਕਿੱਥੇ ਰਹਿ ਰਹੀ ਹੈ, ਕੌਣ ਹੈ, ਕੀ ਹੈ। ਸਾਡੇ ਕੋਲ ਪਾਸਪੋਰਟ ਨੰਬਰ ਵਗੈਰਾ ਹੋਣਾ ਚਾਹੀਦਾ, ਅਤੇ ਜਿਹੜੀ ਸਟੱਡੀ ਪਰਮਿਟ ਦੀ ਫਾਈਲ ਆ ਉਹਦੀ ਕਾਪੀਜ਼ ਹੋਣੀਆਂ ਚਾਹੀਦੀਆਂ ਸਾਡੇ ਕੋਲੋਂ। ਅਤੇ ਇਸ ਤੋਂ ਇਲਾਵਾ ਮੈਂ ਇਹੀ ਸਲਾਹ ਦਊਂਗਾ ਵੀ ਜਿਹੜੇ ਕੁੜੀਆਂ ਮੁੰਡੇ, ਮੈਂ ਇਹਨੂੰ ਚਾਹੇ ਸਲਾਹ ਸਮਝ ਲਓ ਚਾਹੇ ਵਾਰਨਿੰਗ ਸਮਝ ਲਓ, ਵੀ ਤੁਹਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਮੰਨ ਲਓ ਤੁਸੀਂ ਕਿਸੇ ਨੇ ਤੁਹਾਡੇ 'ਤੇ ਪੈਸੇ ਲੈਣੇ, ਤੁਸੀਂ ਮੈਰਿਜ ਰਿਲੇਸ਼ਨਸ਼ਿਪ ਕੀਤੀ ਆ, ਤੁਸੀਂ ਉਹਨੂੰ ਬੁਲਾਓ ਬਾਹਰ ਬੁਲਾ ਕੇ ਤੁਸੀਂ ਉਹਨਾਂ ਨੂੰ ਉੱਥੇ ਸੈਪਰੇਸ਼ਨ ਸਪਲਿਟ ਤਾਂ ਬਾਅਦ 'ਚ ਵੀ ਹੋ ਜਾਂਦਾ, ਠੀਕ ਆ। ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਕੋਈ ਗੱਲ ਨਹੀਂ, ਲੇਕਿਨ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਜੇ ਬਾਹਰ ਪਹੁੰਚ ਗਏ ਤਾਂ ਤੁਸੀਂ ਬਹੁਤ ਬੜੇ ਫੰਨੇ ਖਾਂ ਬਣ ਗਏ ਵੀ ਅਸੀਂ ਸਾਡਾ ਕੀ ਕਰ ਲੂਗਾ, ਵਾਲਾ ਮੁੰਡਾ ਜਾਂ ਕੁੜੀ ਸਾਡਾ ਕੀ ਕਰ ਲੂਗਾ, ਅਸੀਂ ਤਾਂ ਉਹ ਇੰਡੀਆ ਬੈਠੇ ਨੇ, ਅਸੀਂ ਤਾਂ ਇੱਥੇ ਆ ਕੇ ਮੌਜਾਂ ਕਰਦੇ ਹਾਂ, ਐਸ਼ ਕਰਦੇ ਹਾਂ। ਇਹ ਨਾ ਸੋਚੋ। ਜਦੋਂ ਫਿਰ ਪੁੱਠਾ ਪੈਂਦਾ ਕੰਮ ਤਾਂ ਫਿਰ ਤੁਹਾਨੂੰ ਬਚਾਉਣ ਵਾਲਾ ਕਿਸੇ ਨੇ ਨਹੀਂ ਹੋਣਾ, ਫਿਰ ਤੋਂ ਡੈਪੂਟੇਸ਼ਨ ਹੀ ਹੋਣੀ ਹੈ, ਠੀਕ ਹੈ। ਮੈਂ ਇਹ ਸਲਾਹ ਦਿੰਦਾ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਯੰਗ ਜਨਰੇਸ਼ਨ ਆ, 20 ਸਾਲ ਤੋਂ ਲੈ ਕੇ ਜਾਂ 18-19 ਸਾਲ ਤੋਂ ਲੈ ਕੇ 24 ਸਾਲ ਤੱਕ ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀਆਂ ਜਾ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਰ ਕੀ ਰਹੇ ਹਾਂ, ਗਲਤੀ ਕਿੱਥੇ ਕਰ ਰਹੇ ਹਾਂ, ਵੀ ਅਸੀਂ ਕਿੱਥੇ ਫਸ ਸਕਦੇ ਹਾਂ। ਪਿਛਲੀਆਂ ਜਿਹੜੀਆਂ ਜ਼ਿੰਦਗੀਆਂ ਨਾਲ ਜੁੜੀਆਂ, ਉਹ ਜਿਵੇਂ ਹੁਣ ਲਵਪ੍ਰੀਤ ਨੇ ਸੁਸਾਈਡ ਕਰ ਲਿਆ, ਹੁਣ ਆ ਵੀਰ ਦੀ ਜ਼ਿੰਦਗੀ ਖਰਾਬ ਹੋ ਗਈ, ਜਸਵਿੰਦਰ ਸਿੰਘ ਮਾਨ ਜੀ ਦੀ ਜ਼ਿੰਦਗੀ ਖਰਾਬ ਹੋ ਗਈ, 40 ਲੱਖ ਰੁਪਇਆ ਖਰਾਬ ਕਰ ਲਿਆ। ਇੱਕ ਜ਼ਮੀਨ ਜਿਹੜੀ ਖੇਤੀਬਾੜੀ ਕਰਨ ਵਾਲਾ ਬੰਦਾ, ਕਈ ਕਿੱਲੇ ਜ਼ਮੀਨ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ, ਦੇਖੋ ਕੀ ਹਾਲਤ ਕਰਤੀ, ਉਹ ਅਗਲੀ ਆਸਟ੍ਰੇਲੀਆ 'ਚ ਐਸ਼ ਕਰ ਰਹੀ ਹੈ, ਠੀਕ ਹੈ। ਦੇਖੋ ਕਿੰਨੀ ਬੜੀ ਇਹ ਤਰਾਸਦੀ, ਕਿੰਨੀ ਬੜੀ ਗਲਤ ਗੱਲ ਹੋਈ ਹੈ। ਹੁਣ ਇੱਕ ਘਰ ਰੁਲ ਗਿਆ, ਜਿਵੇਂ ਬੇਅੰਤ ਕੌਰ ਵਾਲਾ ਕੇਸ ਸੀਗਾ, ਲਵਪ੍ਰੀਤ ਲਾਡੀ ਦੀ ਡੈਥ ਹੋ ਗਈ, ਇਹਨਾਂ ਦਾ ਘਰ ਰੁਲ ਗਿਆ, ਇੱਕ ਮੁੰਡਾ ਚਲਾ ਗਿਆ ਇਹਨਾਂ ਦਾ, ਜਵਾਨ ਮੁੰਡਾ। ਅਤੇ ਇਹਨਾਂ ਦੇਖੋ ਪਰਿਵਾਰ ਪਿੱਛੋਂ ਰੁਲ ਜਾਂਦੇ ਨੇ। ਇੱਦਾਂ ਦੇ ਨਾ ਕੰਮ ਕਰੋ। ਜੇ ਤੁਸੀਂ ਮੈਰਿਜ ਕਰਾਈ ਆ, ਕੁਛ ਵੀ ਆ, ਚਾਹੇ ਕਿਸੇ ਵੀ ਪਰਪਸ ਲਈ ਕਰਾਈ ਆ, ਤੁਸੀਂ ਅਗਲੇ ਨੂੰ ਲੈ ਕੇ ਜਾਓ ਉੱਥੇ। ਬੇਸ਼ੱਕ ਤੁਸੀਂ ਸੈਪਰੇਸ਼ਨ ਲੈ ਲਓ, ਉੱਥੇ ਜਾ ਕੇ ਤੁਹਾਡੇ ਨਹੀਂ ਵਿਚਾਰ ਮਿਲਦੇ ਤਾਂ ਸੈਪਰੇਸ਼ਨ, ਡਾਈਵੋਰਸ ਸਭ ਕੁਛ ਹੋ ਜਾਂਦਾ। ਐਟਲੀਸਟ ਤੁਹਾਨੂੰ ਕਿਸੇ ਦਾ ਘਰ ਬਚ ਜਾਂਦਾ। ਇਹੀ ਮੇਰੀ ਬੇਨਤੀ ਹੈ ਸਭ ਨੂੰ ਵੀ ਇੱਦਾਂ ਦੇ ਕੰਮ ਨਾ ਕਰੋ। ਸੋ ਇਹ ਸਨ ਅਸ਼ੋਕ ਅਰੋੜਾ ਜੀ, ਜਿਨ੍ਹਾਂ ਨੇ ਕਿ
ਇਮੀਗ੍ਰੇਸ਼ਨ ਦੇ ਬਾਰੇ ਕੁਝ ਟਿਪਸ ਵੀ ਦਿੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜੋ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਜਾਂਦੇ ਜਾਂਦੇ ਜਸਵਿੰਦਰ ਸਿੰਘ ਮਾਨ ਜੀ ਤੋਂ ਪੁੱਛਦੇ ਹਾਂ, ਕੀ ਡਿਮਾਂਡ ਕਰਦੇ ਹੋ, ਕੀ ਕਾਰਵਾਈ ਹੋਣੀ ਚਾਹੀਦੀ ਹੈ ਕੁੜੀ ਤੇ ਹੋਰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਜੀ ਸਰ, ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਮੇਰੀ ਲਾਈਫ ਖਰਾਬ ਹੋਈ ਹੈ ਜੀ, ਉਸ ਕੁੜੀ ਨੇ ਮੇਰੇ ਨਾਲ ਫਰਾਡ ਕੀਤਾ ਤਾਂ ਉਸ ਨੂੰ ਵੀ ਡਿਪੋਰਟ ਕੀਤਾ ਜਾਵੇ। ਤਾਂ ਜਿਹੜਾ ਮੁੰਡਾ ਅਮਨ ਹੁਸੈਨ ਸੀਗਾ ਜਿਸ ਨੇ ਉਹਦੇ ਨਾਲ ਰਲ ਕੇ ਜੀ, ਉਹਨਾਂ ਦਾ ਇੱਕੋ ਜਿਹਾ ਕਸੂਰ ਆ ਉਹਨਾਂ ਦਾ, ਤਾਂ ਇਹਨਾਂ ਨੂੰ ਡਿਪੋਰਟ ਕੀਤਾ ਜਾਵੇ। ਜਗਮੋਹਨ ਸਿੰਘ ਜਿਹਦੇ ਨਾਲ ਹੁਣ ਮੈਰਿਜ ਕੀਤੀ ਹੈ ਜੀ, ਤਾਂ ਪਹਿਲਾਂ 3 ਵਿਆਹ ਨੇ, ਚੌਥਾ ਇਹਦੇ ਨਾਲ ਕਰਵਾਇਆ। ਸਾਈਪ੍ਰਸ ਤੇ ਯੂਕੇ ਤੋਂ ਡਿਪੋਰਟ ਹੋਇਆ ਵਾ, ਉਸ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਮੈਨੂੰ ਇਨਸਾਫ ਦਿੱਤਾ ਜਾਵੇ। ਕਿਉਂਕਿ ਮੇਰੇ ਨਾਲ ਕੋਈ ਡਿਵੋਰਸ ਨਹੀਂ ਲਿਆ ਉਹਨੇ, ਤਾਂ 2 ਬੱਚੇ ਵੀ ਉਹਨਾਂ ਦੇ ਘਰ ਹੋ ਗਏ। ਤਾਂ ਮੈਂ ਤਾਂ ਵੇਟ ਕਰ ਰਿਹਾ ਸੀਗਾ, ਇੱਥੇ ਆ ਕੇ ਵੀ 2 ਸਾਲ ਵੇਟ ਕੀਤੀ, ਬਿਮਾਰ ਰਿਹਾ ਵੀ ਮੇਰੇ ਨਾਲ ਗੱਲਬਾਤ ਕਰਨਗੇ। ਮੇਰੇ ਮੰਮੀ ਪਾਪਾ ਉਹਨਾਂ ਨਾਲ ਰਾਬਤਾ ਰੱਖਦੇ ਸੀਗੇ ਵੀ ਸਾਡੇ ਨਾਲ ਰਿਲੇਸ਼ਨ ਬਣਾਉਣਗੇ, ਕਿਉਂਕਿ ਡਿਵੋਰਸ ਨਹੀਂ ਹੋਇਆ। ਤਾਂ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਸੀਗੀ। ਤਾਂ ਜਦ ਸਾਨੂੰ ਪਤਾ ਲੱਗਦਾ ਕਿ ਉਹਨੇ ਮੈਰਿਜ ਕਰਵਾ ਲਈ, ਬੱਚੇ ਵੀ ਹੋ ਗਏ, ਤਾਂ ਡਿਵੋਰਸ ਲਿਆ ਨਹੀਂ। ਫਿਰ ਉਸ ਤੋਂ ਬਾਅਦ ਮੈਂ ਆਪਣਾ ਸਟੈਪ ਚੁੱਕਿਆ ਜੀ। ਇਹ ਹੁਣ ਸਾਰੀ ਮਤਲਬ ਵੀ ਵੀਰਾਂ ਨੂੰ ਭੈਣਾਂ ਨੂੰ ਇਹੀ ਬੇਨਤੀ ਕਰਦਾ ਕਿ ਇੱਦਾਂ ਦੀ ਧੋਖਾਧੜੀ ਤੋਂ ਬਚੋ ਪਲੀਜ਼। ਮੈਂ ਤਾਂ ਮੇਰੇ ਨਾਲ ਤਾਂ ਜੋ ਕੁਝ ਹੋਣਾ ਸੀ ਉਹ ਹੋ ਚੁੱਕਿਆ। ਲਵਪ੍ਰੀਤ ਲਾਡੀ ਵੀਰੇ ਨੇ ਖੁਦਕੁਸ਼ੀ ਕਰ ਲਈ, ਤਾਂ ਅੱਗੇ ਤੋਂ ਸਿਆਣੇ ਬਣੋ, ਇੱਦਾਂ ਦੇ ਧੋਖਾਧੜੀ ਵਾਲੇ ਦੇ ਮਾਮਲਿਆਂ ਤੋਂ ਬਚੋ। ਪਹਿਲਾਂ ਪੂਰੀ ਜਾਂਚ ਕਰੋ, ਕੁੜੀ ਨੂੰ ਵੇਖੋ, ਚਾਹੇ ਮੁੰਡਾ ਤਾਂ ਉਹ ਕੁੜੀ ਨੂੰ ਦੇਖੇ, ਕੁੜੀ ਆ ਮੁੰਡੇ ਨੂੰ ਪੂਰਾ ਚੰਗੀ ਤਰ੍ਹਾਂ ਸਮਝੇ, ਉਹਨਾਂ ਦੇ ਪਰਿਵਾਰ ਨੂੰ ਦੇਖੇ। ਕਿਉਂਕਿ ਮੈਨੂੰ ਸਾਰੇ ਝੂਠ ਬੋਲੇ ਗਏ ਨੇ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰੇ ਸਹੁਰਾ ਪਰਿਵਾਰ ਆ, ਜੋ ਮੇਰੀ ਜੋ ਸੱਸ ਸੀਗੀ ਮਨਪ੍ਰੀਤ ਕੌਰ ਉਰਫ ਕੇਸ਼ ਰਾਣੀ, ਇੱਕ ਪੰਡਤਾਂ ਦੀ ਕੁੜੀ ਸੀ। ਸਹੁਰਾ ਮੇਰਾ ਜ਼ਿਮੀਂਦਾਰਾਂ ਦਾ ਮੁੰਡਾ ਬਣਦਾ ਸੀ, ਕੁਲਦੀਪ ਸਿੰਘ ਭੁੱਲਰ, ਪਰ ਉਹ ਇੱਕ ਝੌਰਾਂ ਦਾ ਮੁੰਡਾ ਸੀਗਾ। ਮੈਨੂੰ ਸਾਰੇ ਝੂਠ ਬੋਲੇ ਗਏ ਨੇ ਜੀ, ਤਾਂ ਬਾਅਦ ਵਿੱਚ ਪਤਾ ਲੱਗਦਾ ਇਹਨਾਂ ਗੱਲਾਂ ਦਾ। ਸੋ ਦੋਸਤੋ, ਤੁਸੀਂ ਦੇਖ ਸਕਦੇ ਹੋ ਇਸ ਕੇਸ ਦੇ ਵਿੱਚ ਸ਼ੁਰੂਆਤ ਤੋਂ ਹੀ ਜਿਹੜੀ ਰਿਸ਼ਤੇ ਦੀ ਨੀਂਹ ਸੀ ਉਹ ਇੱਕ ਝੂਠ ਤੇ ਟਿਕੀ ਹੋਈ ਸੀ। ਅੱਗੇ ਜਾ ਕੇ ਕਿਹੜੇ ਧੋਖੇ ਹੋਏ। ਇੱਕ ਨੌਜਵਾਨ ਜੋ ਕਿ 5 ਕਿੱਲੇ ਜ਼ਮੀਨ ਦਾ ਮਾਲਕ ਸੀ, ਜੋ ਕਿ ਦੁਬਈ ਆਪਣਾ ਵਧੀਆ ਕਮਾਈ ਕਰਕੇ ਵਾਪਸ ਆਇਆ ਸੀ, ਅੱਜ ਫੈਕਟਰੀਆਂ ਦੇ ਵਿੱਚ ਕਹਿ ਸਕਦੇ ਆ ਦਿਹਾੜੀ ਕਰ ਰਿਹਾ ਹੈ, ਸਿਰਫ ਇੱਕ ਉਹ ਕੁੜੀ ਦੀ ਬਦੌਲਤ ਜਿਸ ਨੇ ਕਿ ਇਸ ਦੀ ਜ਼ਿੰਦਗੀ ਕਹਿ ਸਕਦੇ ਹਾਂ ਬਰਬਾਦ ਕਰਕੇ ਰੱਖ ਦਿੱਤੀ ਹੈ। ਸੋ ਉਹਨਾਂ ਲੋਕਾਂ ਨੂੰ ਵੀ ਸੋ ਦੋਸਤੋ, ਤੁਸੀਂ ਹੁਣੇ ਦੇਖਿਆ ਉਹ ਖਾਸ ਮੁੱਦਾ ਜੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਾਵੀ ਹੈ। ਤੁਸੀਂ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜੋ ਕਿ ਇਸ ਤਰ੍ਹਾਂ ਦੀ ਧੋਖਾਧੜੀ ਅਤੇ ਫਰਾਡ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਸਾਹਮਣੇ ਆ ਰਹੇ ਨੇ? ਉਸ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ, ਤੇ ਨਾਲ ਹੀ ਜੋ ਜਸਵਿੰਦਰ ਸਿੰਘ ਮਾਨ ਦਾ ਇਹ ਮਸਲਾ ਸਾਹਮਣੇ ਆਇਆ ਉਸ ਬਾਰੇ ਵੀ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਕੇ ਜਾਣੇ। ਤੇ ਇਸ ਤਰ੍ਹਾਂ ਦੇ ਤੇ ਹੋਰ ਤਾਜ਼ਾ ਅਪਡੇਟਸ ਦੇ ਲਈ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਤੇ ਨਵੇਂ ਦੋਸਤ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਵੀਡੀਓ ਦੇ ਥੱਲੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੇ ਟੱਚ ਕਰਕੇ ਆਪਣੇ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ, ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਵਾਲੀ ਆਪਸ਼ਨ ਜ਼ਰੂਰ ਸਿਲੈਕਟ ਕਰ ਲੈਣੀ। ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਲਿਮਟਿਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜਲਦ। ਥੈਂਕ ਯੂ, ਧੰਨਵਾਦ।